ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਪਰਸਨੈਲਿਟੀ ਡਿਵੈਲਪਮੈਂਟ ਕੈਂਪ ਦਾ 12ਵਾਂ ਦਿਨ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਪਰਸਨੈਲਿਟੀ ਡਿਵੈਲਪਮੈਂਟ ਕੈਂਪ ਦਾ 12ਵਾਂ ਦਿਨ ਹੈ ਜੀ। ਇਸ ਕੈਂਪ ਵਿੱਚ ਸ਼ਾਮਿਲ ਸਮੂਹ ਸੰਗਤਾਂ ਨੂੰ ਜੀ ਆਇਆਂ ਨੂੰ ਜੀ। ਕੈਂਪ ਦੀ ਸ਼ੁਰੂਆਤ ਅਸੀਂ ਜਾਪ ਸੇਵਾ ਤੋਂ ਕਰਾਂਗੇ ਜੀ। ਅੱਜ ਦੀ ਜਾਪ ਸੇਵਾ ਮਨਜੋਤ ਕੌਰ ਜੀ EPP ਨੰਬਰ 12996 ਅਤੇ ਅਭਿਜੋਤ ਸਿੰਘ ਜੀ EPP ਨੰਬਰ 12329 ਵੱਲੋਂ ਨਿਭਾਈ ਜਾਵੇਗੀ ਜੀ। ਮਨਜੋਤ ਕੌਰ ਜੀ ਦਾ ਹੈਂਡ ਰੇਸ ਹੈ ਜੀ। ਪਲੀਜ਼ ਵੀਰ ਜੀ ਇਹਨਾਂ ਨੂੰ ਸਪੋਰਟ ਕੀਤਾ ਜਾਵੇ। ਇੱਕ ਓੰਕਾਰ ਇੱਕ ਓੰਕਾਰ ਸਤਨਾਮ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਲੱਗਦਾ ਜੀ ਮਨਜੋਤ ਕੌਰ ਜੀ ਦਾ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਨਜੋਤ ਕੌਰ ਜੀ ਦਾ ਤੇ ਅਭਿਜੋਤ ਸਿੰਘ ਜੀ ਦਾ ਤੇ ਪਰਿਵਾਰ ਦਾ ਬਹੁਤ ਧੰਨਵਾਦ ਜੀ। ਉਹਨਾਂ ਨੇ ਬਹੁਤ ਵਧੀਆ ਤਰੀਕੇ ਨਾਲ ਜਾਪ ਦੀ ਸੇਵਾ ਨਿਭਾਈ। ਪਰ ਇੱਥੇ ਇੱਕ ਗੱਲ ਧਿਆਨ ਵਿੱਚ ਰੱਖਣਾ ਹੈ, ਇੱਕ ਓੰਕਾਰ ਨੇ ਇੱਕ ਓੰਕਾਰ ਉਚਾਰਨ ਕਰਨਾ ਹੈ।
ते गुर प्रसाद नहीं गुर प्रसाद उच्चारण करना है। हुण जी ਅਸੀਂ अपनी नेक्स्ट कीर्तन की सेवा ਵੱਲ ਵਧਦੇ ਹਾਂ जी। जिस तरह गुरु साहिब जी भी फरमाउंदे हन, ऐसा कीर्तन कर मन मेरे इहा उहा जो काम तेरे, कि सानू परमात्मा दी ਇਹੋ ਜਿਹੀ ਸਿਫਤ ਸਲਾਹ ਕਰਨੀ ਚਾਹੀਦੀ ਹੈ ਜਿਹੜੀ ਕਿ ਸਾਨੂੰ ਸਾਡੀ ਜ਼ਿੰਦਗੀ ਵਿੱਚ ਕੰਮ ਆਵੇ। ਆਓ ਜੀ ਹੁਣ ਅਸੀਂ ਕੀਰਤਨ ਦੀ ਸੇਵਾ ਸਰਵਣ ਕਰਦੇ ਹਾਂ ਜੀ। ਕੀਰਤਨ ਸਰਵਣ ਕਰਦੇ ਹਾਂ ਜੀ। ਅੱਜ ਦੇ ਕੀਰਤਨ ਦੀ ਸੇਵਾ ਲਖਵਿੰਦਰ ਕੌਰ ਜੀ ਵੱਲੋਂ ਲੁਧਿਆਣਾ ਤੋਂ ਨਿਭਾਈ ਜਾਵੇਗੀ ਜੀ। ਸੋ ਲਖਵਿੰਦਰ ਕੌਰ ਜੀ ਨੂੰ ਬੇਨਤੀ ਹੈ ਕਿ ਉਹ ਆਪਣੀ ਵੀਡੀਓ ਔਨ ਕਰ ਲੈਣ ਜੀ ਤੇ ਹੈਂਡ ਰੇਜ਼ ਕਰ ਲੈਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਫਤਿਹ। ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ऐसा नाम निरंजन होए, ऐसा नाम निरंजन होए, ऐसा नाम निरंजन होए, ऐसा नाम निरंजन होए, ऐसा नाम निरंजन हो मन को ऐसा नाम निरंजन होए, ऐसा नाम निरंजन होए, ऐसा नाम निरंजन होए, ऐसा नाम निरंजन हरे पीछे भागवत कलम नलिन हार मुझे भावे करने विचार, ऐसा नाम निरंजन होए, देखो मन जाने मन को, ऐसा नाम निरंजन होए, ऐसा नाम निरंजन होए, ऐसा नाम निरंजन होए, ऐसा नाम निरंजन होए, शुद्ध होवे मन होवे मन जो ठाना खाए मन्ने जपे साथ बजाए, ऐसा नाम निरंजन होए, देखो मन जाने मन को, ऐसा नाम निरंजन, ऐसा नाम निरंजन होए, ऐसा नाम निरंजन होए, ऐसा नाम निरंजन होए, मार्ग साधन पाए मन्ने मत्स्यो प्रकट जाए, मन्ने मान न चले पंथ ऐसा नाम निरंजन होए, 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 ऐसा नाम देखो मन जाने मन को, देखो मन जाने मन को, ऐसा नाम ऐसा नाम मन्ने भावे मन्ने परवार साधार, मन्ने करे करे तुझे मन्ने नानक करे नबी, ऐसा नाम निरंजन होए, ऐसा
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਵਧੀਆ ਜੀ। ਬੋਲੇ ਸੋ ਨਿਹਾਲ, ਸਤਿ ਸ਼੍ਰੀ ਅਕਾਲ। ਪੂਰੇ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਸੁਚੱਜੇ ਢੰਗ ਨਾਲ ਸੁਚੱਜੀ ਆਵਾਜ਼ ਦੇ ਨਾਲ ਸਾਨੂੰ ਕੀਰਤਨ ਸਰਵਣ ਕਰਵਾਇਆ ਜੀ। ਪਰਮਾਤਮਾ ਇਸੇ ਤਰ੍ਹਾਂ ਇਸ ਪਰਿਵਾਰ ਤੇ ਕਿਰਪਾ ਬਣਾਏ ਰੱਖਣ ਜੀ। ਬਹੁਤ ਬਹੁਤ ਧੰਨਵਾਦ ਇਹਨਾਂ ਦਾ ਜੀ। ਹੁਣ ਅਸੀਂ ਆਪਣੀ ਫਸਟ ਸੈਸ਼ਨ ਵੱਲ ਵਧਦੇ ਹਾਂ ਜੀ। ਫਸਟ ਸੈਸ਼ਨ ਜੀ ਡਾਕਟਰ ਦਿਲਜਾਨ ਸਿੰਘ ਜੀ ਲੈਣਗੇ ਜੀ। ਸੋ ਇਹਨਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਪਲੀਜ਼ ਆਪਣਾ ਵੀਡੀਓ ਔਨ ਕਰ ਲੈਣ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਮੈਂ ਡਾਕਟਰ ਦਿਲਜਾਨ ਸਿੰਘ MCH ਵਰਤਮਾਨ ਤੋਂ, ਮੈਂ EPP ਦਾ ਹੀ ਸਟੂਡੈਂਟ ਹਾਂ। ਸੋ ਅੱਜ ਮੈਂ ਬਹੁਤ ਹੀ ਇੰਪੋਰਟੈਂਟ ਟੌਪਿਕ ਤੇ ਗੱਲ ਕਰਨ ਜਾ ਰਿਹਾ ਹਾਂ। ਤੁਹਾਡੇ ਸਾਰੇ ਬੱਚਿਆਂ ਨਾਲ ਸ਼ੇਅਰ ਕਰਨਾ ਆ ਕਿ ਹਾਊ ਟੂ ਸਟੇ ਹੈਲਦੀ, ਮਤਲਬ ਕਿ ਆਪਣੀ ਸਿਹਤ ਨੂੰ ਤੰਦਰੁਸਤ ਕਿਵੇਂ ਰੱਖਣਾ ਹੈ। ਜੋ ਮਤਲਬ ਕਿ ਅੱਜ ਦੀ ਮਾਡਰਨ ਲਾਈਫ ਸਟਾਈਲ ਦੇ ਵਿੱਚ ਇੱਕ ਹੈਲਦੀ ਰਹਿਣਾ ਬਹੁਤ ਜ਼ਿਆਦਾ ਜ਼ਰੂਰੀ ਆ। ਬੇਸਿਕਲੀ ਜਿਹੜਾ ਬੋਡੀ ਤੇ ਮਾਈਂਡ, ਇਹਦਾ ਕਨੈਕਸ਼ਨ ਹੈ। ਜੇ ਤੁਹਾਡੀ ਬੋਡੀ ਠੀਕ ਹੈ ਤੇ ਮਾਈਂਡ ਵੀ ਤੁਹਾਡਾ ਐਗਜ਼ੈਕਟਲੀ ਉਸੇ ਤਰ੍ਹਾਂ ਬਹੁਤ ਵਧੀਆ ਤਰੀਕੇ ਨਾਲ ਕੰਮ ਕਰੂਗਾ ਜੇ ਤੁਹਾਡੀ ਬੋਡੀ ਠੀਕ ਚੱਲ ਰਹੀ ਹੈ। ਸੋ ਅੱਜ ਮੈਂ ਵੈਸੇ ਤਾਂ ਕੁਝ ਪੁਆਇੰਟਸ ਨੋਟ ਕਰ ਲਏ ਨੇ। ਸੋ ਸਭ ਤੋਂ ਪਹਿਲਾਂ ਇੰਟਰੋਡਕਸ਼ਨ, ਜਿਵੇਂ ਵੀ ਮਤਲਬ ਕਿ ਵਾਟ ਇਜ਼ ਹੈਲਥ। ਹੈਲਥ ਮਤਲਬ ਕਿ ਸਿੰਪਲੀ ਆਪਾਂ ਜੇ ਸੌਖੇ ਤਰੀਕੇ ਨਾਲ ਸਮਝੀ ਵੀ ਹੈਲਥ ਹੈ ਕੀ ਹੈ। ਹੈਲਥ ਇਜ਼ ਐਂਥੂਸੀਆਜ਼ਮ ਟੂ ਵਰਕ, ਮਤਲਬ ਕਿ ਆਪਣੇ ਕੰਮ ਪ੍ਰਤੀ ਉਤਸ਼ਾਹ। ਜੇ ਮਤਲਬ ਕਿ ਵੀ ਬੰਦੇ ਨੂੰ ਆਪਣੇ ਕੰਮ 'ਚ ਕਿੰਨਾ ਕੁ ਉਤਸ਼ਾਹ ਆ, ਉਹਨੂੰ ਸਿੰਪਲੀ ਹੈਲਥ ਕਹਿੰਦੇ ਨੇ। ਜੇ ਤੁਸੀਂ ਆਪਣੇ ਕੰਮ ਤੇ ਆਪਣੇ ਸਾਰਾ ਜਿਹੜਾ ਰੂਟੀਨ ਆ ਉਹਦੇ ਲਈ ਬਹੁਤ ਜ਼ਿਆਦਾ ਸੁਚੇਤ ਉਤਸ਼ਾਹਿਤ ਹੋ ਤਾਂ ਤੁਸੀਂ ਹੈਲਦੀ ਹੋ। ਠੀਕ ਹੈ। ਸੋ ਮਹਾਰਾਜ ਜੀ ਵੈਸੇ ਜਿਵੇਂ ਕਹਿੰਦੇ ਨੇ ਵੀ ਸਾਰੇ ਸਰਬ ਰੋਗ ਕਾ ਔਖਦ ਨਾਮ, ਪਰ ਫਿਰ ਵੀ ਜਿਵੇਂ ਮਤਲਬ ਕਿ ਸਾਡੇ ਅੱਜ ਦੀ ਮਾਡਰਨ ਟੈਕਨੋਲੋਜੀ, ਮਾਡਰਨ ਯੋਗਾ ਜਿਹੜਾ ਵੀ, ਉਸ ਦੇ ਅਕੋਰਡਿੰਗਲੀ ਆਪਾਂ ਜਿਹੜਾ ਐਲੋਪੈਥੀ ਦੇ ਵੱਲ ਜ਼ਿਆਦਾ ਜਾ ਰਹੇ ਹਾਂ। ਸੋ ਐਲੋਪੈਥੀ ਦੇ ਵਿੱਚ ਕੀ ਹੁੰਦਾ ਆ, ਜਿਵੇਂ ਤੁਹਾਨੂੰ ਕੋਈ ਵੀ ਪ੍ਰੋਬਲਮ ਆਉਂਦੀ ਆ ਤੇ ਤੁਸੀਂ ਕੀ ਕਰਦੇ ਹੋ, ਮਤਲਬ ਕਿ ਐਲੋਪੈਥਿਕ ਮੈਡੀਸਨ ਲੈ ਲੈਂਦੇ ਆ। ਸੋ ਪ੍ਰੋਬਲਮ ਇੱਥੇ ਆ ਕਿ ਆਪਾਂ ਨੂੰ ਪਤਾ ਹੈ ਕਿ ਕੋਈ ਪ੍ਰੋਬਲਮ ਆਈ ਆ ਤੇ ਆਪਾਂ ਜਦੀ ਉਸ ਪ੍ਰੋਬਲਮ ਨੂੰ ਦਬਾਤਾ ਆ। ਜਦੋਂ ਵੀ ਆਪਣੀ ਬੋਡੀ ਦੇ ਵਿੱਚ ਕੋਈ ਪ੍ਰੋਬਲਮ ਆਉਂਦੀ ਆ ਤਾਂ ਆਪਾਂ ਨੂੰ ਪੇਨ ਹੋਏਗਾ ਜਾਂ ਫੀਵਰ ਹੋਏਗਾ। ਜਦੋਂ ਆਪਾਂ ਨੂੰ ਪੇਨ ਹੁੰਦਾ ਆ, ਬੋਡੀ ਇੰਡੀਕੇਟ ਕਰਦੀ ਆ ਕਿ ਸਾਡੀ ਬੋਡੀ ਦੇ ਵਿੱਚ ਕੋਈ ਪ੍ਰੋਬਲਮ ਆ, ਪਰ ਆਪਾਂ ਕੀ ਕਰਦੇ ਆ, ਆਪਾਂ ਪੇਨ ਕਿਲਰ ਲੈ ਕੇ ਉਹਨੂੰ ਦਬਾ ਦਿੰਦੇ ਆ। ਬੇਸਿਕਲੀ ਕੰਮ ਕੀ ਹੋਣਾ ਚਾਹੀਦਾ, ਇਹ ਹੋਣਾ ਚਾਹੀਦਾ ਕਿ ਰੂਟ ਕਾਜ਼ ਨੂੰ ਲੱਭਣਾ ਆ। ਮਤਲਬ ਕਿ ਜੇ ਬੋਡੀ ਮਤਲਬ ਕਿ ਬੋਡੀ ਬਹੁਤ ਐਗਜ਼ੈਕਟਲੀ ਕਹਿ ਸਕਦੇ ਵੀ ਇੱਕ ਬਹੁਤ ਜ਼ਿਆਦਾ ਵਧੀਆ ਤਰੀਕੇ ਨਾਲ ਬਣੀ ਆ ਕਿ ਉਹਨੂੰ ਪਤਾ ਹੈ ਕਿ ਕਦੋਂ ਕੋਈ ਪ੍ਰੋਬਲਮ ਆਉਂਦੀ ਆ ਤਾਂ ਉਹ ਮਤਲਬ ਕਿ ਆਪਣੇ ਆਪ ਹੀ ਇੰਡੀਕੇਸ਼ਨ ਦੇਣ ਲੱਗ ਜਾਂਦਾ ਵੀ ਹਾਂ ਵੀ ਹੁਣ ਕੋਈ ਪ੍ਰੋਬਲਮ ਹੈ। ਤਾਂ ਜਦੋਂ ਵੀ ਪੇਨ ਹੁੰਦਾ ਹੈ ਤਾਂ ਆਪਾਂ ਪੇਨ ਕਿਲਰ ਲੈ ਕੇ ਉਸ ਸਿੰਪਟਮ ਨੂੰ ਦਬਾ ਦਿੰਦੇ ਆ, ਪਰ ਜਿਹੜਾ ਰੂਟ ਕਾਜ਼ ਹੁੰਦਾ ਆ ਉਹਨੂੰ ਨਹੀਂ ਦੇਖਦੇ। ਇਹ ਆਪਾਂ ਉਦਾਂ ਹੀ ਦੇਖ ਲੈਂਦੇ ਆ। ਜਿਵੇਂ ਐਗਜ਼ਾਮਪਲ ਲੈ ਲਓ, ਇੱਕ ਵੀ ਗੱਡੀ ਜਾ ਰਹੀ ਆ, ਜਦੋਂ ਉਹਦੇ 'ਚ ਕੋਈ ਪ੍ਰੋਬਲਮ ਆ ਰਹੀ ਹੈ ਤਾਂ ਉਹਦਾ ਹਾਰਨ ਜਾਂ ਕੋਈ ਵੀ ਚੀਜ਼ ਬੀਪ ਕਰਨ ਲੱਗ ਜਾਂਦੀ ਆ। ਆਪਾਂ ਉਹ ਬੀਪਿੰਗ ਬੰਦ ਕਰ ਦਿੰਦੇ ਆ, ਪਰ ਜਦੋਂ ਜਿਹੜੀ ਅੰਦਰ ਪ੍ਰੋਬਲਮ ਆ ਉਹ ਨਹੀਂ ਠੀਕ ਕਰਦੇ, ਉਹ ਉਦਾਂ ਹੀ ਰਹਿੰਦੀ ਹੈ। ਸੋ ਉਹ ਜਿਹੜੀ ਪ੍ਰੋਬਲਮ ਆ ਅੱਗੇ ਜਾ ਕੇ ਫਿਰ ਬਹੁਤ ਜ਼ਿਆਦਾ ਅੱਗੇ ਜਾ ਕੇ ਉਹ ਫਿਰ ਬੇਸਿਕਲੀ ਮਤਲਬ ਕਿ ਵੱਡੀਆਂ ਵੱਡੀਆਂ ਰੋਗ ਬਣ ਜਾਂਦੇ ਨੇ। ਸੋ ਜਿਹੜਾ ਆਪਣੀ ਕੁਦਰਤ ਆ, ਕੁਦਰਤ ਇੱਕ ਅਲਟੀਮੇਟ ਪ੍ਰੋਵਾਈਡਰ ਆ। ਮਤਲਬ ਕਿ ਕੁਦਰਤ ਦੇ ਵਿੱਚ ਸਾਰਾ ਕੁਝ ਹੈ, ਸਾਰਾ ਕੁਝ ਹੀਲ ਕਰਨ ਦੇ ਉਹਨੇ ਆਪਣੀ ਬੋਡੀ ਨੂੰ ਏਦਾਂ ਦਾ ਬਣਾਇਆ ਕਿ ਉਹ ਆਪਣੇ ਆਪ ਹੀਲ ਹੋ ਸਕਦੀ ਹੈ। ਸੋ ਸਾਰੇ ਹੀ ਡਿਜ਼ੀਜ਼ਸ ਮਤਲਬ ਕਿ ਜੇ ਆਪਾਂ ਦੇਖੀਏ 90% ਆਫ ਡਿਜ਼ੀਜ਼ ਆਪਣੇ ਪੇਟ ਨਾਲ ਜੁੜੀਆਂ ਨੇ। ਮਤਲਬ ਕਿ ਜੇ ਆਪਣਾ ਖਾਣ ਠੀਕ ਨਹੀਂ ਹੈਗਾ ਤਾਂ ਆਪਾਂ ਨੂੰ ਜਿਹੜੇ ਟੌਕਸਿਨਸ ਨੇ ਆਪਣੀ ਬੋਡੀ ਦੇ ਵਿੱਚ ਐਕਿਊਮੂਲੇਟ ਹੋ ਜਾਂਦੇ ਨੇ। ਮਤਲਬ ਕਿ ਉਹ ਬਣਦੇ ਰਹਿੰਦੇ ਨੇ ਅੰਦਰ ਹੀ ਹੁੰਦੇ ਰਹਿੰਦੇ ਨੇ, ਤੇ ਉਹਦੇ ਕਾਰਨ ਹੀ ਆਪਾਂ ਨੂੰ ਹਾਈ BP, ਡਾਇਬਟੀਜ਼, ਸ਼ੂਗਰ, ਜਿਹੜਾ ਵੀ ਤੁਸੀਂ ਨਾਮ ਲਾ ਲਓ, ਥਾਇਰੋਇਡ, ਯੂਰਿਕ ਐਸਿਡ, ਇਹ ਸਾਰੇ ਉਹਨਾਂ ਦੇ ਹੀ ਕਾਰਨ ਨੇ। ਸੋ ਜਿਵੇਂ ਇੱਕ ਇੰਗਲਿਸ਼ ਦਾ ਪ੍ਰਵਰਬ ਆ ਕਿ ਫਰੋਮ ਦਾ ਪਿਓਰਿਟੀ ਆਫ ਬੋਡੀ ਕਮਸ ਦਾ ਪਿਓਰਿਟੀ ਆਫ ਮਾਈਂਡ। ਮਤਲਬ ਕਿ ਜੇ ਤੁਹਾਡੀ ਬੋਡੀ ਪਿਓਰ ਆ ਤੇ ਤੁਹਾਡਾ ਮਾਈਂਡ ਵੀ ਫਿਰ ਪਿਓਰ ਹੋਏਗਾ। ਠੀਕ ਹੈ। ਮੈਂ ਹੁਣ ਤੁਹਾਨੂੰ ਇੱਕ ਸਟੋਰੀ ਸੁਣਾਉਣ ਲੱਗਾ। ਇੱਕ 3 ਘਰ ਹੁੰਦੇ ਨੇ। ਠੀਕ ਹੈ। 3 ਘਰ ਦੇ ਵਿੱਚ ਨਾ ਇੱਕ ਕੂੜਾ ਚੱਕਣ ਵਾਲਾ ਇੱਕ ਬੰਦਾ ਜਿਹੜਾ ਹੁੰਦਾ ਉਹ ਲਗਾਇਆ ਹੁੰਦਾ ਉਹਨਾਂ ਨੇ, ਪਰ ਉਹ ਕਹਿ ਦਿੰਦਾ ਕਿ ਮੈਂ 3 ਦਿਨ ਲਈ ਨਹੀਂ ਆਉਣਾ। ਤੇ ਉਹ ਜਿਹੜੇ 3 ਬੰਦੇ ਹੁੰਦੇ ਨੇ, ਜਿਹੜੇ ਮਤਲਬ ਕਿ ਮਕਾਨ ਮਾਲਿਕ ਹੁੰਦੇ ਆ, ਉਹ ਕਹਿੰਦੇ ਵੀ ਸਾਡੇ ਕੂੜਾ ਚੱਕਣ ਵਾਲੇ ਨੇ ਨਹੀਂ ਆਉਣਾ। ਉਹ 3 ਦਿਨ ਨਾ ਉਹ ਵੇਸਟ ਗਾਰਬੇਜ ਜਿਹੜਾ ਉਹਨਾਂ ਦਾ ਉਦਾਂ ਹੀ ਪਿਆ ਰਹਿੰਦਾ ਘਰ ਦੇ ਵਿੱਚ। ਤੇ ਉਹ ਤਿੰਨੇ ਜਾਣੇ ਸਲਾਹ ਕਰਦੇ ਵੀ ਆਪਾਂ ਬਾਜ਼ਾਰ 'ਚ ਜਾਈਏ ਤੇ ਵੀ
ਬਹੁਤ ਜ਼ਿਆਦਾ ਜਿਹੜਾ ਗਾਰਬੇਜ ਹੋ ਗਿਆ ਉਹਦੇ ਤੇ ਇੱਕ ਤਾਂ ਮੱਖੀਆਂ ਮੱਛਰ ਤੇ ਉੱਥੇ ਚੂਹੇ ਬਹੁਤ ਆ ਗਏ ਨੇ ਵੀ ਆਪਾਂ ਉਹਨਾਂ ਨੂੰ ਭਜਾਉਣਾ ਆ ਤੇ ਉਹ ਬਾਹਰ ਜਾਂਦੇ ਨੇ ਬਾਜ਼ਾਰ ਦੇ ਵਿੱਚ ਤੇ ਉਹ ਰੈਟ ਕਿਲਰ ਲਿਆਉਂਦੇ ਨੇ ਮੋਸਕੀਟੋ ਕਿਲਰ ਲਿਆਉਂਦੇ ਨੇ ਜਾਂ ਹੋਰ ਦਵਾਈ ਲਿਆਉਂਦੇ ਨੇ ਠੀਕ ਹੈ ਮਾਰਨ ਵਾਸਤੇ ਤੇ ਜਦੋਂ ਉਹ ਵਾਪਸ ਆਉਂਦੇ ਨੇ ਰਾਹ ਦੇ ਵਿੱਚ ਤਾਂ ਉਹਨਾਂ ਨੂੰ ਇੱਕੋ ਹੀ ਸਿਆਣਾ ਬੰਦਾ ਮਿਲਦਾ ਆ ਤੇ ਉਹ ਜਦੋਂ ਸਿਆਣਾ ਬੰਦਾ ਕਹਿੰਦਾ ਉਹ ਕਹਿੰਦਾ ਤੁਸੀਂ ਉਸ ਚੀਜ਼ ਨੂੰ ਕਿਉਂ ਦੇਖ ਰਹੇ ਹੋ ਤੁਸੀਂ ਜਿਹੜਾ ਆਪਣਾ ਗਾਰਬੇਜ ਆ ਵੇਸਟ ਆ ਉਹਨੂੰ ਕਿਉਂ ਨਹੀਂ ਬਾਹਰ ਸਿੱਟਦੇ ਸੋ ਆਪਾਂ ਕੀ ਕਰਦੇ ਆ ਆਪਾਂ ਨੂੰ ਕੋਈ ਪੇਨ ਹੁੰਦੀ ਆ ਕੋਈ ਤਕਲੀਫ ਹੁੰਦੀ ਆ ਕੋਈ ਫੀਵਰ ਹੁੰਦਾ ਜਾਂ ਕੁਝ ਵੀ ਹੁੰਦਾ ਆ ਆਪਾਂ ਕੀ ਕਰਦੇ ਆ ਸੋ ਕਹਿਣਾ ਨਹੀਂ ਚਾਹੀਦਾ ਪਰ ਬੇਸਿਕਲੀ ਆਪਾਂ ਕੀ ਕਰਦੇ ਆ ਡਾਕਟਰਸ ਕੋਲ ਜਾਂਦੇ ਆ ਦੇ ਬੇਸਿਕਲੀ ਆਪਾਂ ਨੂੰ ਲੈਬ ਟੈਸਟ ਜਾਂ ਕੁਝ ਵੀ ਦਵਾਈ ਦੇ ਦਿੰਦੇ ਨੇ ਜਾਂ ਅੱਗੇ ਕੋਈ ਵੀ ਏਦਾਂ ਪਰ ਰੂਟ ਕਾਜ਼ ਨੂੰ ਨਹੀਂ ਲੱਭਦੇ ਰੂਟ ਕਾਜ਼ ਕੀ ਆ ਰੂਟ ਕਾਜ਼ ਵੀ ਆਪਣੇ ਅੰਦਰ ਆ ਤੇ ਠੀਕ ਵੀ ਆਪਾਂ ਹੀ ਕਰਨਾ ਆ ਬਸ ਕੀ ਆ ਇੱਕ ਰੈਗੂਲੈਰਿਟੀ ਤੇ ਆਪਾਂ ਨੂੰ ਪਤਾ ਹੋਣਾ ਚਾਹੀਦਾ ਵੀ ਆਪਣਾ ਖਾਣਾ ਪੀਣਾ ਕਿਵੇਂ ਆ ਤੇ ਕਿੱਦਾਂ ਰਹਿਣਾ ਆ ਠੀਕ ਹੈ ਸੋ ਇੱਕ ਹੋਰ ਇੰਗਲਿਸ਼ ਦਾ ਪ੍ਰਵਰਬ ਆ ਕਹਿੰਦੇ there is no pill for every ill there is no so ਇੰਗਲਿਸ਼ ਦਾ ਪ੍ਰਵਰਬ ਆ there is no pill for every ill but there is ill after every pill ਮਤਲਬ ਕਿ ਸਾਰੀ ਕੋਈ ਵੀ ਏਦਾਂ ਦੀ ਬਿਮਾਰੀ ਲਈ ਕੋਈ ਦਵਾਈ ਨਹੀਂ ਹੈ ਮਤਲਬ ਕਿ ਜਿਹੜੀਆਂ ਬਿਮਾਰੀਆਂ ਨੇ ਦਵਾਈ ਨਹੀਂ ਹੈ ਪਰ ਦਵਾਈ ਤੋਂ ਬਾਅਦ ਬਿਮਾਰੀ ਜ਼ਰੂਰ ਹੈ ਸੋ ਜਦ ਆਪਾਂ ਜਾਣਦੇ ਆ ਤਾਂ ਉਹ ਇੱਕ ਸਰਕਲ ਦੇ ਵਿੱਚ ਫਸ ਜਾਂਦੇ ਆ ਦਵਾਈ ਲੈਂਦੇ ਆ ਫਿਰ ਬਿਮਾਰ ਹੁੰਦੇ ਆ ਦਵਾਈ ਲੈਂਦੇ ਆ ਫਿਰ ਬਿਮਾਰ ਹੁੰਦੇ ਆ ਪਰ ਰੂਟ ਕਾਜ਼ ਜਿਹਦਾ ਆਪਣੇ ਲਾਈਫਸਟਾਈਲ ਮੋਡੀਫਿਕੇਸ਼ਨ ਮਤਲਬ ਕਿ ਜਿਹੜਾ ਆਪਣਾ ਰਹਿਣ ਖਾਣ ਪੀਣ ਸਹਿਣ ਇਹਨਾਂ ਨੂੰ ਬਦਲ ਕੇ ਆਪਾਂ ਆਪਣੇ ਬੋਡੀ ਮਾਈਂਡ ਤੇ ਸੋਲ ਦਾ ਜਿਹੜਾ ਕਨੈਕਸ਼ਨ ਆ ਉਹ ਕਰ ਸਕਦੇ ਆ ਸੋ ਮੈਂ ਅੱਜ ਤੁਹਾਨੂੰ ਦੋ ਚੀਜ਼ਾਂ ਦੱਸੂਗਾ ਕਿ ਆਪਣੀ ਹੈਲਥ ਜਿਹੜੀ ਆ ਕਿਹੜੀਆਂ ਚੀਜ਼ਾਂ ਕਰਕੇ ਡਿਟੀਰੀਓਰੇਟ ਮਤਲਬ ਕਿ ਕਿਉਂ ਖਰਾਬ ਹੁੰਦੀ ਆ ਤੇ ਕਿਹੜੀਆਂ ਚੀਜ਼ਾਂ ਕਰਨ ਨਾਲ ਆਪਣੀ ਹੈਲਥ ਠੀਕ ਹੋ ਜਾਏਗੀ ਸੋ ਸਭ ਤੋਂ ਪਹਿਲਾਂ ਕਿਹੜੀਆਂ ਚੀਜ਼ਾਂ ਕਰਕੇ ਆਪਣੀ ਹੈਲਥ ਡਿਟੀਰੀਓਰੇਟ ਹੁੰਦੀ ਆ ਖਰਾਬ ਕਿਉਂ ਹੁੰਦੀ ਆ ਪਹਿਲਾ ਆ ਗਿਆ ਪੁਆਇੰਟ ਮਾਡਰਨ ਲਾਈਫਸਟਾਈਲ ਜਿਹੜਾ ਆਪਣਾ ਅੱਜ ਕੱਲ ਦਾ ਮਾਡਰਨ ਲਾਈਫਸਟਾਈਲ ਆ ਬੇਸਿਕਲੀ ਉਹਦੇ ਵਿੱਚ ਪਤਾ ਕੀ ਆ ਆਰਾਮ ਜਿਹੜੀ ਆਪਣੀ ਬੋਡੀ ਆ ਉਹ ਕੰਮ ਵਾਸਤੇ ਬਣੀ ਆ ਕਿਰਤ ਕਰਨ ਵਾਸਤੇ ਬਣੀ ਆ ਜੇ ਆਪਾਂ ਕਿਰਤ ਕਰਦੇ ਆ ਤਾਂ ਕਦੇ ਵੀ ਆਪਣੀ ਬੋਡੀ ਨੂੰ ਕੋਈ ਵੀ ਪ੍ਰੋਬਲਮ ਨਹੀਂ ਆਏਗੀ ਸੋ ਆਪਣਾ ਜਿਹੜਾ ਮਾਡਰਨ ਲਾਈਫ ਤੇ ਬੈਠ ਕੇ ਕੰਮ ਕਰਨੇ ਵਾਲਾ ਠੀਕ ਹੈ ਪਰ ਜਿਹੜਾ ਆਪਣਾ ਖਾਣ ਪੀਣਾ ਉਹ ਪੁਰਾਣਾ ਜ਼ਮਾਨੇ ਵਾਲਾ ਚੱਲ ਰਿਹਾ ਆ ਮਤਲਬ ਕਿ ਪੂਰਾ ਖਾਣਾ ਪੀਣਾ ਸੋ ਬੇਸਿਕਲੀ ਮਾਡਰਨ ਲਾਈਫਸਟਾਈਲ ਦੇ ਹੋਰ ਕੀ ਰਾਤ ਨੂੰ ਲੇਟ ਨਾਈਟ ਫੰਕਸ਼ਨ ਜਾਂ ਪਾਰਟੀਜ਼ ਮਤਲਬ ਕਿ ਅੰਨੀ ਰਾਤ ਨੂੰ ਖਾਣਾ ਪੀਣਾ ਉਹ ਸਾਰਾ ਐਕਿਊਮੂਲੇਟ ਹੋਈ ਜਾ ਰਿਹਾ ਹੈ ਬੋਡੀ ਦੇ ਵਿੱਚ ਪਰ ਉਹ ਬਾਹਰ ਨਹੀਂ ਨਿਕਲਿਆ ਟੌਕਸਿਨਸ ਬਣ ਰਹੇ ਨੇ ਅੰਦਰ ਠੀਕ ਹੈ ਇੱਕ ਹੋ ਗਿਆ ਲੇਟ ਨਾਈਟ ਮਤਲਬ ਕਿ ਮਾਡਰਨ ਲਾਈਫਸਟਾਈਲ ਫਿਰ ਉਹ ਤੋਂ ਬਾਅਦ ਹੋ ਗਿਆ ਪੈਕਡ ਆਈਟਮਸ ਜਿਹੜੀਆਂ ਵੀ ਆਪਾਂ ਪੈਕਡ ਬੱਚਿਓ ਜਦੋਂ ਵੀ ਤੁਸੀਂ ਕੋਈ ਬਾਜ਼ਾਰੋਂ ਸਮਾਨ ਲੈ ਕੇ ਆਉਂਦੇ ਹੋ ਜੇ ਉਹਦੇ ਤੇ ਕਿਤੇ ਵੀ ਨਾ ਪ੍ਰੀਜ਼ਰਵੇਟਿਵ ਜਿਵੇਂ ਜਦੋਂ ਤੁਸੀਂ ਇੰਗਰੀਡੀਐਂਟਸ ਤੇ ਪੜੋਗੇ ਨਾ ਕਿਸੇ ਵੀ ਚੀਜ਼ ਤੇ ਲਿਖਿਆ ਐਡਡ ਪ੍ਰੀਜ਼ਰਵੇਟਿਵ ਜਾਂ ਐਡਡ ਕੁਝ ਵੀ ਤਾਂ ਉਹ ਬੇਸਿਕਲੀ ਜ਼ਹਿਰ ਮਿਲਾ ਕੇ ਦੇ ਰਹੇ ਨੇ ਆਪਾਂ ਨੂੰ ਸੋ ਕੁਦਰਤ ਨੇ ਐਦਾਂ ਦੀ ਕੋਈ ਵੀ ਚੀਜ਼ ਨਹੀਂ ਜੋ ਕੁਦਰਤ 'ਚ ਨਹੀਂ ਹੈਗੀ ਹਰ ਇੱਕ ਵਿਟਾਮਿਨ ਮਿਨਰਲਸ ਸਾਰਾ ਕੁਝ ਕਾਰਬੋਹਾਈਡਰੇਟਸ ਪ੍ਰੋਟੀਨਸ ਸਾਰਾ ਕੁਝ ਹੈਗਾ ਆ ਬਸ ਆਪਾਂ ਖਾਣਾ ਕੀ ਆ ਹੋਲਸਮ ਫੂਡ ਹੋਲਸਮ ਮਤਲਬ ਕਿ ਜਿਹੜਾ ਆਪਣੀ ਪ੍ਰਕਿਰਤੀ ਤੋਂ ਆਉਂਦਾ ਆ ਵੈਜੀਟੇਬਲਸ ਫਰੂਟਸ ਸੀਡਸ ਖਾਓ ਠੀਕ ਹੈ ਇਹ ਚੀਜ਼ਾਂ ਖਾਓ ਠੀਕ ਹੈ ਹੋਰ ਕਿਹੜੀਆਂ ਚੀਜ਼ਾਂ ਨੇ ਜਿਹਦੇ ਕਰਕੇ ਆਪਣੀ ਹੈਲਥ ਡਿਟੀਰੀਓਰੇਟ ਹੋ ਰਹੀ ਆ ਆਪਾਂ ਬੋਰਨਵੀਟਾਸ ਖਾ ਰਹੇ ਆ ਆਪਾਂ ਹਾਰਲਿਕਸ ਲੈ ਰਹੇ ਆ ਇਹ ਬੋਰਨਵੀਟਾ ਤੇ ਹਾਰਲਿਕਸ ਦਾ ਕੋਈ ਫਾਇਦਾ ਨਹੀਂ ਸ਼ੂਗਰ ਐਡਡ ਸ਼ੂਗਰ ਹੁੰਦੀ ਹੈ ਨਾ ਸ਼ੂਗਰ ਬਹੁਤ ਜ਼ਿਆਦਾ ਮਾਤਰਾ 'ਚ ਹੁੰਦੀ ਆ ਫਿਰ ਅਗਲਾ ਪੁਆਇੰਟ ਟੇਕਿੰਗ ਮੈਡੀਸਿਨ ਵਿਦਆਊਟ ਪ੍ਰਿਸਕ੍ਰਿਪਸ਼ਨ ਆਪਾਂ ਵਿਦਆਊਟ ਮਤਲਬ ਕਿ ਦੇਖਿਆ ਵੀ ਬੁਖਾਰ ਹੋ ਗਿਆ ਜਾਂ ਪੇਨ ਹੋ ਰਹੀ ਆ ਤੇ ਆਪਾਂ ਦਵਾਈ ਲੈ ਲੈਂਦੇ ਆ ਕਾਜ਼ ਨੂੰ ਲੱਭਦੇ ਨਹੀਂ ਉਦਾਂ ਹੀ ਜੇ ਆਪਾਂ ਫਲ ਬਹੁਤ ਵਧੀਆ ਚੀਜ਼ ਹੈ ਪਰ ਆਪਾਂ ਜੇ ਗਲਤ ਟਾਈਮ ਤੇ ਖਾਵਾਂਗੇ ਤਾਂ ਵੀ ਆਪਾਂ ਨੂੰ ਬਹੁਤ ਪ੍ਰੋਬਲਮ ਕਰਦੇ ਨੇ ਫਿਰ ਠੰਡਾ ਪਾਣੀ ਪੀਣਾ ਫ੍ਰਿਜ ਪਹਿਲਾਂ ਆਪਾਂ ਕੀ ਕਰਦੇ ਆ ਮਾਡਰਨ ਲਾਈਫਸਟਾਈਲ ਇੱਕ ਇਹ ਵੀ ਕਾਰਨ ਹੈ ਆਪਾਂ ਕੀ ਕਰਦੇ ਪਹਿਲਾਂ ਹੀ ਕੱਟ ਕੇ ਰੱਖ ਦਿੰਦੇ ਆ ਸਬਜ਼ੀਆਂ ਜਾਂ ਫਰੂਟਸ ਫ੍ਰਿਜ 'ਚ ਰੱਖ ਦਿੰਦੇ ਆ 2-3 ਘੰਟੇ ਬਾਅਦ 4 ਘੰਟੇ ਬਾਅਦ ਖਾ ਲੈਂਦੇ ਆ ਇਟਸ ਰੋਂਗ ਠੀਕ ਹੈ ਜਾਂ ਆਪਾਂ ਰੋਟੀ ਖਾਣ ਵੇਲੇ ਟੀਵੀ ਫੋਨ ਇਹ ਸਾਰਾ ਮਾਡਰਨ ਲਾਈਫਸਟਾਈਲ ਦੇ ਵਿੱਚ ਆ ਜਾਂਦਾ ਆ ਇਹ ਜਦੋਂ ਇਹਨਾਂ ਚੀਜ਼ਾਂ ਤੋਂ ਆਪਾਂ ਛੱਡਾਂਗੇ ਤਾਂ ਆਪਣੀ ਜਿਹੜੀ ਬੇਸਿਕ ਪ੍ਰਕਿਰਤੀ ਆ ਮਤਲਬ ਕਿ ਜਿੰਨਾ ਜ਼ਿਆਦਾ ਆਪਾਂ ਲਾ ਆਫ ਨੇਚਰ ਦੇ ਅਕੋਰਡਿੰਗਲੀ ਚੱਲਾਂਗੇ ਉਹਨਾਂ ਜ਼ਿਆਦਾ ਵਧੀਆ ਹੁਣ ਮੈਂ ਦੱਸੂਗਾ ਵੀ ਵਾਟ ਟੂ ਡੂ ਹੈਲਦੀ ਲਾਈਫਸਟਾਈਲ ਲਈ ਕੀ ਕਰਨਾ ਚਾਹੀਦਾ ਆ ਸਭ ਤੋਂ ਪਹਿਲਾਂ ਜਿਹੜੀ ਮੈਂ ਪੁਆਇੰਟ ਦੱਸਿਆ ਲਿਵ ਇਨ ਅਕੋਰਡੈਂਸ ਵਿਦ ਨੇਚਰ ਮਤਲਬ ਕਿ ਪ੍ਰਕਿਰਤੀ ਕੁਦਰਤ ਦੇ ਨਾਲ ਚੱਲਣਾ ਆ ਠੀਕ ਹੈ ਨਾਲ ਚੱਲਣ ਦਾ ਕੀ ਮਤਲਬ ਹਮੇਸ਼ਾ ਬੱਚਿਓ ਲਿਸਨ ਟੂ ਯੋਰ ਬੋਡੀ ਆਪਣੇ ਸਰੀਰ ਦੀ ਸੁਣੋ ਜਦੋਂ ਪਾਣੀ ਮਤਲਬ ਕਿ ਜਦੋਂ ਸਰੀਰ ਨੂੰ ਜਿਹੜੀ ਚੀਜ਼ ਚਾਹੀਦੀ ਹੈ ਉਹਨੇ ਆਪਣੇ ਆਪ ਦੱਸ ਦੇਣਾ ਆ ਖਾਣ ਦਾ ਵੀ ਏਦਾਂ ਹੀ ਆ ਜੇ ਤੁਹਾਨੂੰ ਲੱਗ ਰਿਹਾ ਵੀ ਜਦੋਂ ਭੁੱਖ ਲੱਗੀ ਉਦੋਂ ਖਾਓ ਜਿੰਨੀ ਭੁੱਖ ਆ ਓਨਾ ਖਾਓ ਤੇ ਜਦੋਂ ਪਾਣੀ ਦੀ ਪਿਆਸ ਲੱਗੀ ਓਨਾ ਪੀਓ ਠੀਕ ਹੈ ਸਹਿਜ ਤੇ ਸੰਤੋਖ ਮਹਾਰਾਜ ਵੈਸੇ ਹੀ ਗੁਰਬਾਣੀ ਦੇ ਵਿੱਚ ਸਹਿਜ ਤੇ ਸੰਤੋਖ ਦੀ ਇੰਨੀ
ਮਹਿਮਾ ਦੱਸਦੇ ਨੇ ਸਹਿਜ ਤੇ ਸੰਤੋਖ ਤਾਂ ਹੀ ਜ਼ਰੂਰੀ ਹੈ। ਜੇ ਤੁਸੀਂ ਨਾ ਸਹਿਜ ਤੇ ਸੰਤੋਖ ਰੱਖਦੇ ਹੋ ਮਤਲਬ ਕਿ ਖਾਣ 'ਚ, ਤੁਸੀਂ ਅੰਮ੍ਰਿਤ ਵੇਲਾ ਵੀ ਸਾਂਭ ਸਕਦੇ ਹੋ ਤੇ ਮਤਲਬ ਕਿ ਸਾਰਾ ਕੁਝ ਫਲੋ ਦੇ ਵਿੱਚ ਹੋਣ ਲੱਗ ਜਾਂਦਾ ਹੈ। ਜੇ ਤੁਸੀਂ ਹਰ ਖਾਣ ਪੀਣ 'ਚ ਸਹਿਜ ਰੱਖਦੇ ਹੋ, ਤੁਹਾਡੀ ਆਪਣੇ ਆਪ ਹੀ ਨੀਂਦ ਘਟ ਜਾਏਗੀ, ਤੁਹਾਡੀ એનર્ਜੀ ਲੈਵਲ ਹਾਈ ਹੋ ਜਾਏਗਾ, ਉਹ ਬਹੁਤ ਉਹਦੇ ਬੈਨੀਫਿਟਸ ਹੈਗੇ ਨੇ। ਠੀਕ ਹੈ, ਸੋ ਜਿਹੜਾ ਇੱਕ ਹਾਰਲਿਕਸ ਤੇ ਜਿਹੜਾ ਤੁਹਾਨੂੰ ਮੈਂ ਦੱਸਿਆ ਸੀ ਵੀ ਬੋਰਨਵੀਟਾ, ਇਹਦਾ ਵੀ ਇਹ ਡਿਟੀਰੀਓਰੇਟ ਕਰਦੇ ਨੇ, ਮਤਲਬ ਕਿ ਹੈਲਥ ਖਰਾਬ ਕਰਦੇ ਨੇ। ਇਹਨਾਂ ਦਾ ਤੁਸੀਂ ਕਹੋਗੇ ਸਬਸਟੀਟਿਊਟ ਕੀ ਆ, ਫਿਰ ਬੱਚਿਆਂ ਨੂੰ ਕੀ ਦਈਏ? ਆਪਣੇ ਮੰਮਾ ਪਾਪਾ ਨੂੰ ਕਹੋ ਕਿ ਸਾਨੂੰ ਵੱਖ-ਵੱਖ ਆਟੇ, ਮਤਲਬ ਕਿ ਜਿਵੇਂ ਬਾਜਰਾ ਹੋ ਗਿਆ, ਸੋਇਆਬੀਨ ਹੋ ਗਿਆ, ਮਲਕਾ, ਇਦਾਂ ਇਹ ਮਿਕਸ ਕਰਕੇ ਮਿਕਸ ਪਿਹਾ ਕੇ ਆਟਾ ਦੋ, ਇਹ ਸਾਰੇ ਮਤਲਬ ਕਿ ਵਿਟਾਮਿਨ ਸਾਰਾ ਕੁਝ ਤੁਹਾਨੂੰ ਪ੍ਰੋਵਾਈਡ ਕਰਨਗੇ। ਸੋ ਅੱਗੇ ਆ ਗਿਆ ਹੋਰ ਕੀ ਕਰਨਾ ਚਾਹੀਦਾ ਹੈਲਦੀ ਰਹਿਣ ਲਈ? ਵਾਕਿੰਗ ਇਜ਼ ਦਾ ਬੈਸਟ ਐਕਸਰਸਾਈਜ਼। ਵਾਕਿੰਗ ਤੋਂ ਮਤਲਬ ਕਿ ਉੱਪਰ ਕੁਝ ਨਹੀਂ ਹੈਗਾ, ਸਭ ਤੋਂ ਬੈਸਟ ਆ ਸਵੇਰੇ ਸ਼ਾਮ ਸੈਰ ਕਰੋ ਤੇ ਉਸ ਤੋਂ ਬਾਅਦ ਗੈਪ 2 ਘੰਟੇ ਦਾ ਘੱਟੋ ਘੱਟ ਗੈਪ ਪਾਓ। ਜਦੋਂ ਤੁਸੀਂ ਰੋਟੀ ਖਾਧੀ ਉਹ ਤੋਂ ਬਾਅਦ ਜੇ ਤੁਸੀਂ ਫਰੂਟਸ ਵੈਜੀਟੇਬਲਸ ਖਾਣੀਆਂ ਵੀ ਨੇ, ਫਰੂਟਸ ਖਾਣਾ ਆ ਤਾਂ ਘੱਟੋ ਘੱਟ 2 ਘੰਟੇ ਦਾ ਗੈਪ ਹੋਣਾ ਚਾਹੀਦਾ ਹੈ। ਰੋਟੀ ਸਬਜ਼ੀ ਮਤਲਬ ਕਿ ਆਪਣੀ ਰੋਟੀ ਵਾਲੀ ਮੀਲ ਦੇ ਨਾਲ ਜਿਹੜਾ ਫਰੂਟਸ ਨੇ ਉਹਨੂੰ ਮਿਕਸ ਨਹੀਂ ਕਰਨਾ ਕਦੇ ਵੀ। ਠੀਕ ਹੈ, ਜਿਹੜੇ ਫਰੂਟਸ ਨੇ ਉਹ ਹਮੇਸ਼ਾ ਯਾਦ ਰੱਖੋ, ਫਰੂਟਸ ਜਿਹੜੇ ਸੀਜ਼ਨਲ ਖਾਣੇ ਨੇ, ਮਤਲਬ ਕਿ ਜਿਹੜੇ ਸੀਜ਼ਨ 'ਚ ਨੇ, ਜਿਹੜੇ ਲੋਕਲ ਨੇ। ਮਤਲਬ ਕਿ ਤੁਹਾਨੂੰ ਕਿੱਦਾਂ ਪਤਾ ਲੱਗੂ ਵੀ ਸੀਜ਼ਨਲ ਤੇ ਲੋਕਲ ਕਿਹੜੇ ਨੇ? ਜਿਹੜੇ ਫਰੂਟ ਸਸਤੇ ਹੋਣਗੇ ਉਹ ਸੀਜ਼ਨਲ ਵੀ ਹੋਣਗੇ, ਲੋਕਲ ਵੀ ਹੋਣਗੇ। ਜਿਵੇਂ ਹੁਣ ਐਵੋਕੈਡੋ ਆ, ਐਵੋਕੈਡੋ ਬਾਹਰੋਂ ਆਉਂਦਾ ਆ, ਪਰ ਉਹ ਜਿਹੜਾ ਇੱਥੇ ਦਾ ਨਹੀਂ ਹੈਗਾ ਉਹ ਉਨਾ ਫਾਇਦੇਮੰਦ ਨਹੀਂ ਜਿੰਨਾ ਕਿ ਜਿਵੇਂ ਹੁਣ ਅੱਜ ਕੱਲ ਮੈਂਗੋਜ਼ ਚੱਲ ਰਹੇ ਨੇ, ਉਹ ਲੋਕਲ ਵੀ ਨੇ, ਸੀਜ਼ਨ 'ਚ ਵੀ ਨੇ, ਤੇ ਉਹ ਮਾਂ ਪ੍ਰਕਿਰਤੀ ਤੋਂ ਵੀ ਆਪਾਂ ਨੂੰ ਸਿੱਧੇ ਹੀ ਆ ਰਹੇ ਨੇ। ਠੀਕ ਹੈ, ਸੋ ਹੁਣ ਇਹ ਤੋਂ ਬਾਅਦ ਆ ਗਈ ਰੂਟੀਨ। ਮਤਲਬ ਕਿ ਜੇ ਆਪਾਂ ਕਹੀਏ ਵੀ ਹੁਣ ਰੂਟੀਨ ਕੀ ਹੋਣੀ ਚਾਹੀਦੀ ਹੈ ਸਾਡੀ ਫॉर ਅ ਹੈਲਦੀ ਲਿਵਿੰਗ। ਠੀਕ ਹੈ, ਸਵੇਰੇ ਉੱਠਦੇ ਸਾਰ ਪਾਣੀ ਪੀਓ, ਰੋਜ਼ ਸੈਰ ਕਰਨੀ ਚਾਹੀਦੀ ਆ, ਸਭ ਤੋਂ ਜ਼ਰੂਰੀ ਹੈ। ਬੱਚੇ ਤੁਸੀਂ ਫੋਟੋਸਿੰਥੇਸਿਸ ਜ਼ਰੂਰ ਪੜਿਆ ਹੋਣਾ ਆ ਸਾਰਿਆਂ ਨੇ ਵੀ ਸਨ ਤੋਂ એનર્ਜੀ ਲੈ ਕੇ ਹੀ ਪਲਾਂਟਸ ਆਪਣਾ ਖਾਣਾ ਬਣਾਉਂਦੇ ਨੇ। ਤੇ ਜੇ ਉਹ ਸਨ ਐਡਾ ਵੱਡਾ ਮਤਲਬ ਕਿ ਹੈਗਾ ਰੋਲ ਪਲੇ ਕਰਦਾ ਆ, ਤਾਂ ਕਿਉਂ ਨਹੀਂ ਆਪਾਂ ਸਨ ਤੋਂ ਸਿੱਧਾ ਹੀ એનર્ਜੀ ਲੈ ਲੈਂਦੇ, ਹਨਾ? ਸੋ ਸਨ ਦੀ ਜਿਹੜੀ એનર્ਜੀ ਆ ਉਹ ਕਿਵੇਂ ਲਈ ਜਾ ਸਕਦੀ ਆ? ਕਹਿੰਦੇ ਸਵੇਰੇ 2 ਘੰਟੇ ਤੇ ਸ਼ਾਮ ਨੂੰ 2 ਘੰਟੇ, ਮਤਲਬ ਕਿ ਸੂਰਜ ਨਿਕਲਣ ਤੋਂ 2 ਘੰਟੇ ਦੇ ਵਿੱਚ ਤੇ ਛਿਪਣ ਤੋਂ ਪਹਿਲਾਂ 2 ਘੰਟੇ ਦੇ ਵਿੱਚ ਉਹਨੂੰ ਸਨ ਬਾਥ ਕਹਿ ਦਿੰਦੇ ਨੇ, ਮਤਲਬ ਕਿ ਧੁੱਪ ਸੇਕਣਾ। ਉਹਨੂੰ ਧੁੱਪ ਸੇਕਣੀ ਬਹੁਤ ਜ਼ਿਆਦਾ ਵਧੀਆ ਆ, ਬੋਡੀ ਦੇ ਵਿੱਚ એનર્ਜੀ ਤੇ ਟੌਕਸਿਨਸ ਸਾਰੇ ਰਿਮੂਵ ਹੋਣਗੇ। ਇਹ ਸਿੱਧੀ ਸਨ ਦੀ એનર્ਜੀ ਜਿਹੜੀ ਆ ਉਹ ਸਿੱਧੀ ਆਪਾਂ ਨੂੰ ਮਿਲੇਗੀ। ਠੀਕ ਹੈ, ਮਾਰਨਿੰਗ ਦੇ ਵਿੱਚ ਸਭ ਤੋਂ ਪਹਿਲਾਂ ਜੇ ਤੁਸੀਂ ਬਹੁਤ ਜ਼ਿਆਦਾ ਹੈਲਦੀ ਰਹਿਣਾ ਚਾਹੁੰਦੇ ਹੋ, ਫਰੂਟਸ ਖਾਓ। ਸਭ ਤੋਂ ਪਹਿਲਾਂ ਮੀਲ ਜਿਹੜੀ ਆ ਫਰੂਟਸ ਦੀ ਹੋਵੇ, ਲੋਕਲ ਸੀਜ਼ਨਲ ਜਿਹੜੇ ਸਸਤੇ ਹੈਗੇ ਉਹ ਜ਼ਰੂਰ ਖਾਓ ਸਭ ਤੋਂ ਪਹਿਲਾਂ ਮੀਲ। ਫਿਰ 2 ਘੰਟੇ ਬਾਅਦ ਤੁਸੀਂ ਰੋਟੀ ਖਾ ਸਕਦੇ ਹੋ, ਸਭ ਤੋਂ ਪਹਿਲਾਂ ਰੋਟੀ ਨਹੀਂ ਖਾਣੀ ਹੈਗੀ। ਠੀਕ ਹੈ, ਫਿਰ ਬਹੁਤ ਜ਼ਰੂਰੀ ਗੱਲ, ਸੂਰਜ ਚੜ੍ਹਨ ਤੇ ਸੂਰਜ ਛਿਪਣ ਦੇ ਵਿੱਚ ਹੀ ਖਾਣਾ ਆ। ਸੂਰਜ ਚੜ੍ਹਨ ਤੋਂ ਪਹਿਲਾਂ ਤੇ ਸੂਰਜ ਛਿਪਣ ਤੋਂ ਬਾਅਦ ਨਹੀਂ ਖਾਣਾ। ਠੀਕ ਹੈ, ਇਹ ਬਹੁਤ ਜ਼ਰੂਰੀ ਆ। ਇਸੇ ਮਤਲਬ ਕਿ ਸੂਰਜ ਚੜ੍ਹਨ ਤੋਂ ਸੂਰਜ ਛਿਪਣ ਦੇ ਵਿੱਚ ਹੀ ਜਿਹੜੇ ਸਾਡੇ ਐਂਜ਼ਾਈਮਸ ਨੇ ਨਾ ਡਾਈਜੈਸ਼ਨ ਵਾਸਤੇ, ਉਹ ਐਕਟੀਵੇਟ ਰਹਿੰਦੇ ਨੇ, ਤਾਂ ਹੀ ਆਪਣੀ ਡਾਈਜੈਸ਼ਨ ਹੁੰਦੀ ਹੈ। ਜਦੋਂ ਸੂਰਜ ਛਿਪਣ ਤੋਂ ਬਾਅਦ ਖਾਂਦੇ, ਜਦੋਂ ਆਪਾਂ 9-10 ਵਜੇ ਪ੍ਰਸ਼ਾਦਾ ਛਕਦੇ ਹਾਂ, ਜਾਂ ਕਈ ਵਾਰੀ ਵਿਆਹ ਤੇ ਲੇਟ ਨਾਈਟ ਹੋ ਜਾਂਦਾ ਆ, ਉਹ ਸਾਰੀਆਂ ਅਕਿਊਮੂਲੇਟ ਹੋ ਜਾਂਦਾ ਟੌਕਸਿਨਸ। ਬਸ ਇੱਕੋ ਹੀ ਕਾਰਨ ਆ ਅਕਿਊਮੂਲੇਸ਼ਨ ਆਫ ਟੌਕਸਿਨ। ਕੀ ਆ? ਜਿਹੜਾ ਪੁਰਾਣਾ ਆਪਣਾ ਜਿਹੜੇ ਟੌਕਸਿਨਸ ਨੇ ਉਹ ਨਿਕਲ ਨਹੀਂ ਰਹੇ ਤੇ ਨਵੇਂ ਬਣੀ ਜਾ ਰਹੇ, ਅਕਿਊਮੂਲੇਟ ਹੋ ਰਹੇ, ਕਬਜ਼ ਹੋ ਰਹੀ ਹੈ ਜਾਂ ਕਬਜ਼, ਬੇਸਿਕਲੀ ਇਹ ਸਾਰੇ ਇਹਦੇ ਹੀ ਕਾਰਨ ਨੇ। ਠੀਕ ਹੈ, ਹੋਰ ਆਇਲ ਮਸਾਜ ਕਰ ਸਕਦੇ ਹੋ ਤੁਸੀਂ ਜਦੋਂ ਨਹਾਉਣ ਤੋਂ ਪਹਿਲਾਂ, ਮਤਲਬ ਕਿ ਨਾਰੀਅਲ ਦਾ ਤੇਲ ਜਾਂ ਸਰੋਂ ਦਾ ਤੇਲ ਲਾਓ। ਠੀਕ ਹੈ, ਬਾਕੀ 2 ਟਾਈਮਸ ਬ੍ਰਸ਼ ਜ਼ਰੂਰ ਕਰੋ ਤੁਸੀਂ, ਸਵੇਰੇ ਸ਼ਾਮ ਬ੍ਰਸ਼ ਕਰਨਾ ਹੈ। ਆਪਾਂ ਖਾਣਾ ਕੀ ਆ? ਫਰੂਟਸ, ਵੈਜੀਟੇਬਲਸ, ਨਟਸ, ਸੀਡਸ, ਗ੍ਰੇਨਸ ਖਾ ਸਕਦੇ ਹੋ ਜਿਹੜੇ ਸਿੱਧੇ ਹੀ ਮਾਂ ਪ੍ਰਕਿਰਤੀ ਤੋਂ ਆਉਂਦੇ ਨੇ। ਬਾਕੀ ਕਹਿੰਦੇ ਜੋ ਆਪਾਂ ਖਾਂਦੇ ਆ ਉਹਦਾ ਸਿੱਧਾ ਇਫੈਕਟ ਮਨ ਤੇ ਆ। ਮੰਮਾ ਨੂੰ ਕਹੋ ਕਿ ਜਦੋਂ ਖਾਣਾ ਬਣਾਉਂਦੇ ਆ ਗੁਰਬਾਣੀ ਸੁਣੋ, ਜਦੋਂ ਤੁਸੀਂ ਖਾਂਦੇ ਹੋ ਤਾਂ ਵੀ ਗੁਰਬਾਣੀ ਸੁਣੋ, ਇਹਦਾ ਸਿੱਧਾ ਇਫੈਕਟ ਆਪਣੇ ਮਨ ਤੇ ਪੈਣਾ ਹੈ। ਠੀਕ ਹੈ ਜੀ, ਸੋ ਇਹ ਚੀਜ਼ਾਂ ਹੋ ਗਈਆਂ। ਹੁਣ ਆਪਾਂ ਪਹਿਲਾਂ ਵਿਚਾਰ ਕਰ ਲਈ ਵੀ ਕਿਹੜੀਆਂ ਚੀਜ਼ਾਂ ਹੈਲਥ ਨੂੰ ਡਿਟੀਰੀਓਰੇਟ ਖਰਾਬ ਕਰਦੀਆਂ ਨੇ, ਕਿਹੜੀਆਂ ਠੀਕ ਕਰਦੀਆਂ ਨੇ, ਤੇ ਰੂਟੀਨ ਕੀ ਹੋਣੀ ਚਾਹੀਦੀ ਹੈ। ਹੁਣ ਐਂਡ ਤੇ ਆ ਗਿਆ ਹਾਊ ਟੂ ਬੂਸਟ ਇਮਿਊਨਿਟੀ। ਇਮਿਊਨਿਟੀ ਦਾ ਮਤਲਬ, ਇਮਿਊਨ ਸਿਸਟਮ ਦਾ ਮਤਲਬ ਇਹ ਆ ਵੀ ਜੇ ਇਮਿਊਨਿਟੀ ਦਾ ਮਤਲਬ ਇਹ ਆ ਗਿਆ ਜਦੋਂ ਕੋਈ ਆਪਣੇ ਬਾਹਰੋਂ ਕੋਈ ਇਨਫੈਕਸ਼ਨ ਆ, ਜਿਵੇਂ ਵਾਇਰਸ ਆ, ਬੈਕਟੀਰੀਆ ਜਾਂ ਕੋਈ ਵੀ ਆ, ਬਾਹਰੋਂ ਕੋਈ ਵੀ ਚੀਜ਼ ਆਪਾਂ ਨੂੰ ਆ ਕੇ ਅਟੈਕ ਕਰਦੀ ਆ, ਆਪਣੀ ਬੋਡੀ 'ਚ ਲੜਨ ਦੀ ਤਾਕਤ ਕਿੰਨੀ ਆ, ਉਹਨੂੰ ਇਮਿਊਨਿਟੀ ਕਹਿੰਦੇ ਨੇ। ਇਹਨੂੰ ਇਮਿਊਨਿਟੀ ਨੂੰ ਬੂਸਟ ਕਰਨ ਦਾ ਕੋਈ ਤੁਹਾਨੂੰ ਬਾਹਰੋਂ ਕੋਈ ਮੰਗਵਾਉਣ ਦੀ ਮਲਟੀਵਿਟਾਮਿਨਸ ਜਾਂ ਕੁਝ ਵੀ ਏਦਾਂ ਦਾ ਕੋਈ ਖਾਣ ਦੀ ਜਾਂ ਕੋਈ ਲੋੜ ਨਹੀਂ। ਮਾਂ ਪ੍ਰਕਿਰਤੀ ਜਿਹੜੀ ਆਪਣੀ ਕੁਦਰਤ ਆ, ਕੁਦਰਤ 'ਚ ਸਾਰਾ ਕੁਝ ਹੀ ਆ। ਠੀਕ ਹੈ, ਬਾਕੀ ਤੁਸੀਂ ਸਭ ਤੋਂ ਜ਼ਿਆਦਾ ਜ਼ਰੂਰੀ ਚੀਜ਼ ਕੀ ਹੈ?
ਈਟ ਫਰੂਟਸ ਇਨ ਦਾ ਮਾਰਨਿੰਗ। ਸਭ ਤੋਂ ਪਹਿਲਾਂ ਮਾਰਨਿੰਗ 'ਚ ਫਰੂਟਸ ਖਾਓ, ਵੈਜੀਟੇਬਲਸ ਖਾਓ, ਵੈਜੀਟੇਬਲ ਸੈਲਡ ਖਾਓ, ਸੂਪ ਖਾਓ, ਜਿਹੜਾ ਕੁਝ ਆਪਾਂ ਨੂੰ ਹੋਲਸਮ ਮਤਲਬ ਕਿ ਜਿਹੜਾ ਆਪਾਂ ਨੂੰ ਸਿੱਧਾ ਕੁਦਰਤ ਤੋਂ ਆ ਰਿਹਾ ਉਹ ਖਾਣਾ ਆ, ਨਾ ਕਿ ਕੁਦਰਤ ਤੋਂ ਆਪਾਂ ਜਦੋਂ ਮੈਨੂਫੈਕਚਰ ਕਰਦੇ ਆ ਆਪਣੀਆਂ ਇੰਡਸਟਰੀਜ਼ ਦੇ ਵਿੱਚ ਜਾਂ ਕਿਤੇ ਵੀ, ਜਦੋਂ ਆਪਾਂ ਉਹਨਾਂ ਨੂੰ ਕੱਟ-ਵੱਟ ਜਾਂ ਕੁਝ ਵੀ ਪ੍ਰੀਜ਼ਰਵੇਟਿਵਸ ਮਿਲਵਾ ਲੇ, ਸਿੰਥੈਟਿਕ ਕਲਰਸ, ਕੈਮੀਕਲਸ, ਇਹ ਹਾਰਮ ਕਰ ਰਹੇ ਨੇ ਆਪਾਂ ਨੂੰ। ਐਡਡ ਸ਼ੂਗਰ, ਹਰ ਇੱਕ ਜਿਹੜੀ ਵੀ ਪੈਕਟ ਬੰਦ ਚੀਜ਼ ਆ, ਪੈਕਟ ਬੰਦ ਜੂਸ, ਮੈਗੀਜ਼, ਕੋਈ ਵੀ ਚੀਜ਼ ਆ ਜਿਹੜੀ ਪੈਕਟ ਬੰਦ ਆ ਉਹ ਪ੍ਰੋਬਲਮ ਕਰੇਗੀ, ਠੀਕ ਹੈ। ਫਿਰ ਈਟ ਵਿਦਨ ਸਨਰਾਈਜ਼ ਐਂਡ ਸਨਸੈਟ, ਇਹਦੇ ਵਿੱਚ ਸਨਰਾਈਜ਼ ਤੇ ਸਨਸੈਟ ਦੇ ਵਿੱਚ ਹੀ ਖਾਣਾ ਆ, ਇਹਦੇ ਨਾਲ ਇਮਿਊਨਿਟੀ ਬੂਸਟ ਜ਼ਰੂਰ ਹੋਏਗੀ। ਫਿਰ ਈਟ ਵਿਦ ਦਾ ਲਾਜ਼ ਆਫ ਨੇਚਰ। ਲਾਜ਼ ਆਫ ਨੇਚਰ ਮਤਲਬ ਕਿ ਜੋ ਇਨ ਅਕੋਰਡੈਂਸ ਵਿਦ ਕੁਦਰਤ ਦੇ ਨਾਲ, ਮਤਲਬ ਕਿ ਜੋ ਕੁਦਰਤ ਆਪਾਂ ਨੂੰ, ਮਤਲਬ ਕਿ ਬੇਸਿਕਲੀ ਜਿਹੜੇ ਬੰਦੇ ਆ, ਮਤਲਬ ਕਿ ਆਪਾਂ ਜਿਹੜੇ ਮਨੁੱਖ ਆ, ਇਹਨਾਂ ਨੂੰ ਵੈਜੀਟੇਬਲਸ, ਜਿਹੜੇ ਆਪਣੇ ਦੰਦ ਨੇ ਇਹ ਵੈਜੀਟੇਬਲਸ ਮਤਲਬ ਕਿ ਉਹ ਵੈਜੀਟੇਰੀਅਨ ਡਾਈਟ ਲਈ ਬਣੇ ਨੇ, ਨਾ ਕਿ ਆਪਾਂ ਨੌਨ ਵੈਜ ਲਈ। ਸੋ ਇਹ ਇੱਕ ਇੰਡੀਕੇਸ਼ਨ ਆ ਕੁਦਰਤ ਦੀ ਵੀ ਤੁਸੀਂ ਵੈਜੀਟੇਰੀਅਨ ਡਾਈਟ ਹੀ ਖਾਣੀ ਆ, ਠੀਕ ਹੈ। ਸੋ ਈਟ, ਲਾਸਟ ਤੇ ਆ ਗਏ ਈਟ ਹੋਲਸਮ ਫੂਡ ਮਤਲਬ ਜੋ ਸਿੱਧਾ ਆਪਾਂ ਨੂੰ ਆ ਰਿਹਾ ਉਹੀ ਖਾਣਾ। ਸੋ ਇਨ ਦਾ ਐਂਡ ਕਨਕਲੂਜਨ ਇਹੀ ਕਹੂੰਗਾ ਮੈਂ ਕਿ ਜਦੋਂ ਵੀ ਕੋਈ ਪ੍ਰੋਬਲਮ ਆ ਰਹੀ ਹੈ ਬਾਡੀ ਦੇ ਵਿੱਚ, ਉਹ ਇੰਡੀਕੇਸ਼ਨ ਹੁੰਦੀ ਹੈ ਕਿ ਤੁਸੀਂ ਜਿਵੇਂ ਕਹਿੰਦੇ ਨੇ ਦੁੱਖ ਦਾਰੂ ਸੁੱਖ ਰੋਗ ਪਿਆ, ਦੁੱਖ ਦਾਰੂ ਆ ਸੁੱਖ ਰੋਗ ਆ, ਹਨਾ। ਜਦੋਂ ਹੀ ਦੁੱਖ ਹੁੰਦਾ ਆ ਜਾਂ ਕੋਈ ਪੇਨ ਆਉਂਦੀ ਆ, ਉਹ ਇੰਡੀਕੇਸ਼ਨ ਆ ਵੀ ਕੋਈ ਕੁਝ ਗਲਤ ਚੱਲ ਰਿਹਾ ਆ, ਰੈਦਰ ਦੈਨ ਕਿ ਆਪਾਂ ਉਹ ਸਿੰਪਟਮ ਠੀਕ ਕਰਨ ਤੋਂ ਆਪਾਂ ਨਾ ਰੂਟ ਕਾਜ਼ ਲੱਭਣਾ ਆ, ਕਿਉਂ ਹੋ ਰਿਹਾ ਆ, ਠੀਕ ਹੈ। ਉੱਤੇ ਬੇਸਿਕਲੀ ਜਲਦੀ ਦਵਾਈਆਂ ਲੈ ਕੇ, ਜਾਂ ਇਹ ਵੀ ਹਾਂ ਦਵਾਈ ਲੈ ਲਈ ਅੱਜ ਠੀਕ ਹੋ ਗਿਆ ਤੇ ਫਿਰ ਉਸੇ ਰੂਟੀਨ ਨੂੰ ਆਪਾਂ ਫੋਲੋ ਕਰਦੇ ਆ, ਫਿਰ ਬਹੁਤ ਪ੍ਰੋਬਲਮ ਆਉਂਦੀ ਹੈ, ਠੀਕ ਹੈ। ਉਸੇ ਰੂਟੀਨ ਨੂੰ ਫੋਲੋ ਨਹੀਂ ਕਰਨਾ, ਆਪਣੀ ਬਾਡੀ ਦੇ ਵਿੱਚ ਚੇਂਜ ਲਿਆਉਣੇ ਆ, ਰੂਟੀਨ ਦੇ ਵਿੱਚ ਚੇਂਜ ਲਿਆਉਣਾ ਆ, ਤੇ ਆਪਣੀ ਜਿਹੜੀ ਆਦਤਾਂ ਆ ਥੋੜੀ ਜਿਹੀਆਂ ਬਦਲ ਕੇ ਵਿਦ ਲਾਜ਼ ਆਫ ਨੇਚਰ ਦੇ, ਉਹਦੇ ਨਾਲ ਰਹਿ ਕੇ ਤੁਸੀਂ ਹੈਲਦੀ ਰਹਿ ਸਕਦੇ ਹੋ। ਸੋ ਮੇਰਾ ਆਪ ਜੀ ਨੂੰ ਜੇ ਕੋਈ ਵੀ ਗਲਤੀ ਹੋ ਗਈ ਹੋਵੇ, ਸੰਗਤ ਬਖਸ਼ਣ ਆ ਰਿਹਾ, ਮਾਫੀ ਚਾਹੁੰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਦਾ। ਉਹਨਾਂ ਨੇ ਬੜੇ ਈਜ਼ੀ ਤਰੀਕੇ ਨਾਲ, ਸਿੰਪਲ ਤਰੀਕੇ ਨਾਲ, ਵਿਲੱਖਣ ਤਰੀਕੇ ਦੇ ਨਾਲ ਬੱਚਿਆਂ ਨੂੰ ਦੱਸਿਆ। ਇਹ ਸਮੇਂ ਦੀ ਲੋੜ ਹੈ ਡਾਕਟਰ ਸਾਹਿਬ, ਹਾਂਜੀ ਸੱਚਮੁੱਚ ਹੀ ਸਮੇਂ ਦੀ ਲੋੜ ਹੈ। ਤੇ ਜਿਵੇਂ ਕਹਿੰਦੇ ਨਾ, ਆਹਾਰ ਚਿਕਿਤਸਾ ਆਹਾਰ ਰੋਗ, ਜੇ ਅਸੀਂ ਆਪਣੇ ਆਹਾਰ ਨਾਲ ਹੀ ਰੋਗ ਬਣਾ ਲੈਂਦੇ ਆ ਤੇ ਆਹਾਰ ਨਾਲ ਹੀ ਉਹਨੂੰ ਠੀਕ ਕਰ ਸਕਦੇ ਆ। ਤੇ ਇਹ ਤੁਸੀਂ ਬੜਾ ਵਧੀਆ ਦੱਸਿਆ ਕਿ ਸਾਡਾ ਜਿਹੜਾ ਸੈਡੈਂਟਰੀ ਲਾਈਫ ਸਟਾਈਲ ਹੈ, ਮੋਸ਼ਨਲੈਸ ਮੂਵਮੈਂਟ ਨਹੀਂ ਹੈ, ਸੋ ਇਟ ਇਜ਼ ਅਫੈਕਟਿੰਗ ਅ ਲੋਟ। ਬਹੁਤ ਬਹੁਤ ਧੰਨਵਾਦ। ਹਾਂਜੀ, ਕੁਝ ਆਪਾਂ ਕੁਐਸਚਨਸ ਲੈਣਾ ਚਾਹਾਂਗੇ, ਬੱਚਿਆਂ ਦੇ ਕੁਝ ਸਵਾਲ ਨੇ। ਵੀਰ ਜੀ ਨੂੰ ਬੇਨਤੀ ਕਰਾਂਗੀ, ਵੀਰ ਜੀ ਇੱਕ ਇੱਕ ਕਰਕੇ ਪਲੀਜ਼ ਜਿਹੜੇ ਹੈਂਡ ਰੇਜ਼ ਨੇ ਉਹਨਾਂ ਨੂੰ ਲੈ ਲਈਏ। मैम जब तक हैंड रेज हो रही ने, चैट ਦੇ ਵਿੱਚ 2-3 ਕੁਐਸਚਨਸ ਆਏ ਹੋਏ ਨੇ। ਹਾਂਜੀ ਹਾਂਜੀ, ਮੈਂ ਡਾਕਟਰ ਸਾਹਿਬ ਨੂੰ ਕਹਾਂਗੀ ਉਹਨਾਂ ਦੇ ਆਨਸਰਸ ਅਗਰ। ਹਾਂਜੀ, ਇੱਕ ਉਹਨਾਂ ਨੇ ਇੱਕ ਕੁਐਸਚਨ ਆਇਆ ਹੋਇਆ ਸੀਗਾ ਕਿ ਜਿਹੜਾ ਸਟਮਕ ਦੇ ਵਿੱਚ ਐਸਿਡ ਬਣਦਾ ਹੈ ਉਸ ਨੂੰ ਕਿਸ ਤਰ੍ਹਾਂ ਕੰਟਰੋਲ ਕੀਤਾ ਜਾ ਸਕਦਾ ਹੈ। ਸਟਮਕ ਦੇ ਵਿੱਚ ਐਸਿਡ ਦੇਖੋ, ਜਦੋਂ ਸਟਮਕ ਦੇ ਵਿੱਚ ਐਸਿਡ ਬਣਦਾ, ਆਪਾਂ ਪਤਾ ਕੀ ਕਰਦੇ ਆ, ਕੋਈ ਵੀ ਤੁਸੀਂ ਵੱਡੇ ਡਾਕਟਰ, ਗੈਸਟ੍ਰੋਐਂਟਰੋਲੋਜਿਸਟ ਜਾਂ ਕਿਸੇ ਕੋਲ ਵੀ ਚਲੇ ਜਾਓ, ਜਿਹੜਾ ਸਟਮਕ ਦੇ ਵਿੱਚ ਐਸਿਡ ਬਣਦਾ ਆ, ਉਹ ਜਿਹੜੀ ਆਪਣੀ ਟਾਈਮਿੰਗਸ ਆ ਨਾ ਖਾਣ ਪੀਣ ਦੀ, ਉਹਨਾਂ ਦੇ ਵਿੱਚ ਜਦੋਂ ਅਲਟਰੇਸ਼ਨ ਆਉਂਦੀ ਆ, ਉਹਦੇ ਕਰਕੇ ਐਸਿਡ ਬਣਦਾ ਆ, ਜਾਂ ਆਪਣੇ ਖਾਣ ਪੀਣ ਦੇ ਵਿੱਚ ਪ੍ਰੋਬਲਮ, ਠੀਕ ਹੈ। ਇਹ ਸਭ ਤੋਂ ਮੇਨ ਰੀਜ਼ਨ ਆ ਵੀ ਆਪਾਂ ਜਿਹੜਾ ਸਮੇਂ ਸਿਰ ਖਾਣਾ ਉਹ ਨਹੀਂ ਖਾਂਦੇ, ਜਾਂ ਮਤਲਬ ਕਿ ਵੈਜੀਟੇਬਲਸ ਨੂੰ, ਫਰੂਟਸ ਨੂੰ ਰੋਟੀ ਸਬਜ਼ੀ ਦੇ ਨਾਲ ਖਾ ਲੈਣਾ। ਉਹ ਹਰ ਇੱਕ ਚੀਜ਼ ਦੀ ਨਾ ਟਾਈਮਿੰਗ ਆਫ ਡਾਈਜੈਸ਼ਨ ਤੇ ਅਬਜ਼ੌਰਪਸ਼ਨ ਅਲੱਗ-ਅਲੱਗ ਆ, ਠੀਕ ਹੈ। ਉਹਨਾਂ ਨੇ ਅਲੱਗ ਟਾਈਮ ਤੇ ਡਾਈਜੈਸਟ ਹੋਣਾ, ਉਹਨੇ ਅਲੱਗ ਨੇ। ਜਿਵੇਂ ਹੁਣ ਆਪਾਂ ਦੇਖ ਲਓ, ਤੁਸੀਂ ਬਨਾਨਾ ਸ਼ੇਕ ਆ, ਜੇ ਆਪਾਂ ਬਨਾਨਾ ਤੇ ਬਲਕਿ ਮਿਲਕ ਨੂੰ ਆਪਾਂ ਦੋਨਾਂ ਨੂੰ ਕੰਬਾਈਨ ਕਰਦੇ ਹਾਂ, ਕਦੇ ਵੀ ਫਰੂਟਸ ਤੇ ਮਿਲਕ ਨੂੰ ਕਦੇ ਵੀ ਕੰਬਾਈਨ ਨਹੀਂ ਕਰਨਾ। ਜੇ ਤੁਸੀਂ ਫਰੂਟਸ ਤੇ ਮਿਲਕ ਨੂੰ ਕੰਬਾਈਨ ਕਰੋਗੇ, ਫਰੂਟਸ ਤੇ ਮਿਲਕ ਨੇ ਬਹੁਤ ਜ਼ਿਆਦਾ ਟਾਈਮ ਲਗਾਉਣਾ ਡਾਈਜੈਸਟ ਹੋਣ ਲਈ, ਫਰੂਟਸ ਨੇ ਜਿਹੜੇ ਉਹ 2 ਘੰਟੇ ਦੇ ਵਿੱਚ ਡਾਈਜੈਸਟ ਹੋ ਜਾਣੇ ਆ। ਸੋ ਅਨਡਾਈਜੈਸਟਡ ਥਿੰਗ ਜਿਹੜੀ ਆ ਉਹ ਐਸਿਡ ਬਣ ਜਾਂਦਾ ਹੈ, ਜਾਂ ਤੁਸੀਂ ਬਲਗਮ ਵੀ ਕਹਿ ਸਕਦੇ ਹੋ। ਇਹ ਸਾਰੀਆਂ ਮਿਊਕਸ, ਬਲਗਮ, ਐਸਿਡ, ਇਹ ਇਹਨਾਂ ਦੇ ਹੀ ਕਾਰਨ ਨੇ। ਜਦੋਂ ਚੀਜ਼ ਡਾਈਜੈਸਟ ਨਹੀਂ ਹੋਈ, ਉਹ ਬੋਡੀ ਆਪਣੇ ਪੇਟ ਦੇ ਵਿੱਚ ਹੀ ਪਈ ਰਹੀ ਤੇ ਉਹ ਬਾਹਰ ਐਸਿਡ ਬਣ ਕੇ ਆ ਰਹੀ ਆ। ਸੋ ਤੁਸੀਂ ਇੱਕ ਵਾਰੀ ਕੋਸ਼ਿਸ਼ ਕਰਕੇ ਦੇਖੋ ਕਿ ਇੱਕ ਟਾਈਮ ਬਣਾ ਲਓ। ਜਿਵੇਂ ਜੇ ਤੁਸੀਂ ਕਹੋਗੇ ਤਾਂ ਜਿਵੇਂ ਮਤਲਬ ਕਿ ਮੈਂ ਤੁਹਾਨੂੰ ਇੱਕ ਰੂਟੀਨ ਸਿੰਪਲੀ ਇੱਕ ਡਾਈਟ ਚਾਰਟ ਬਣਾ ਕੇ ਦੇ ਸਕਦਾ ਹਾਂ। ਸੋ ਇਹਦੇ ਨਾਲ ਐਸਿਡ
ਬਲਗਮ ਸਾਰਾ ਕੁਝ ਇਹਦੇ ਨਾਲ ਠੀਕ ਹੋ ਸਕਦਾ ਹੈ। ਠੀਕ ਹੈ। ਇੱਕ ਹੈਂਡ ਰੇਜ਼ ਲਵਾਂਗੇ, ਅਵਨੀਤ ਕੌਰ ਜੀ ਹੈ। ਅਵਨੀਤ ਕੌਰ ਜੀ। ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਰ ਬ੍ਰੈਡ ਆਪਣੀ ਹੈਲਥ ਲਈ ਹੈਲਦੀ ਹੈ ਕਿ ਅਨਹੈਲਦੀ ਹੈ? ਕੀ ਚੀਜ਼? ਬ੍ਰੈਡ ਸਾਡੇ ਲਈ ਹੈਲਦੀ ਹੈ ਕਿ ਅਨਹੈਲਦੀ ਹੈ? ਬ੍ਰੈਡ ਕਹਿ ਰਹੇ ਹੋ ਨਾ ਬੱਚੇ? ਬ੍ਰੈਡ, ਹਾਂਜੀ। ਇੱਕ ਤਾਂ ਜਿਵੇਂ ਤੁਸੀਂ ਕਹਿ ਦਿੰਦੇ ਹੋ, ਇੱਕ ਬਰਾਊਨ ਬ੍ਰੈਡ ਹੁੰਦਾ, ਇੱਕ ਵਾਈਟ ਬ੍ਰੈਡ ਹੁੰਦਾ ਹੈ ਹਨਾ। ਜਿਹੜਾ ਵਾਈਟ ਬ੍ਰੈਡ ਆ ਉਹ ਮੈਦੇ ਤੋਂ ਬਣਦਾ ਹੈ ਤੇ ਬਰਾਊਨ ਬ੍ਰੈਡ ਵੀਟ ਤੋਂ ਬਣਦਾ ਆ ਹਨਾ। ਤੇ ਜੇ ਤੁਸੀਂ ਆਪਟੀਮਮ ਅਮਾਉਂਟ ਮਤਲਬ ਕਿ ਡਾਈਜੈਸਟਿਵ ਫਾਈਬਰ ਮਤਲਬ ਕਿ ਆਪਣੀ ਬੋਡੀ ਦੇ ਵਿੱਚ ਜੇ ਆਪਾਂ ਕਿਸੇ ਵੀ ਜਿਵੇਂ ਹੁਣ ਕਨਸਟੀਪੇਸ਼ਨ ਹੋ ਗਈ ਜਾਂ ਹੁੰਦੀ ਹੈ ਪੇਟ ਦੀ, ਉਹ ਆਪਣੀ ਡਾਈਜੈਸਟਿਵ ਫਾਈਬਰ ਘੱਟ ਲੈਣ ਕਰਕੇ ਹੁੰਦੀ ਆ। ਫਰੂਟਸ ਤੇ ਵੈਜੀਟੇਬਲਸ, ਫਰੂਟਸ ਤੇ ਵੈਜੀਟੇਬਲਸ ਲੈ ਰਹੇ ਹੋ ਫਿਰ ਤੁਸੀਂ ਬ੍ਰੈਡ ਲੈ ਸਕਦੇ ਹੋ ਨਾਲ। ਪਰ ਜੇ ਤੁਹਾਨੂੰ ਕੋਈ ਪ੍ਰੋਬਲਮ ਹੈ ਕਨਸਟੀਪੇਸ਼ਨ ਜਾਂ ਹੋਰ, ਫਿਰ ਤੁਸੀਂ ਬ੍ਰੈਡ ਜੇ ਘੱਟ ਕਰੋਗੇ ਤਾਂ ਵਧੀਆ ਗੱਲ ਹੈ। ਬਾਕੀ ਬੱਚਿਆਂ ਲਈ ਜੇ ਤੁਸੀਂ ਮਤਲਬ ਕਿ ਫਿਜ਼ੀਕਲ ਐਕਟੀਵਿਟੀਜ਼ ਦੇ ਵਿੱਚ ਇਨਵੋਲਵ ਹੋ ਰਹੇ ਹੋ ਜਾਂ ਤੁਸੀਂ ਮਤਲਬ ਕਿ ਕੋਈ ਹਾਰਡ ਵਰਕ ਜਿਵੇਂ ਕਰ ਰਹੇ ਹੋ, ਘਰ ਦਾ ਕੰਮ ਕਰਦੇ ਹੋ, ਫਿਰ ਤੁਸੀਂ ਬ੍ਰੈਡ ਲੈ ਸਕਦੇ ਹੋ। ਬਟ ਬੈਟਰ ਹੈ ਕਿ ਬਰਾਊਨ ਬ੍ਰੈਡ ਲਿੱਤੀ ਜਾਵੇ। ਬਰਾਊਨ ਬ੍ਰੈਡ ਇਜ਼ ਬੈਟਰ ਹਾਂਜੀ ਜੇ ਤੁਸੀਂ ਲੈਣੀ ਵੀ। ਹਾਂਜੀ। ਨੈਕਸਟ ਹੈ ਜੀ ਲਵਪ੍ਰੀਤ ਕੌਰ ਜੀ। ਲਵਪ੍ਰੀਤ ਕੌਰ ਜੀ ਨੂੰ ਸਪੋਟ ਕਰ ਲਓ ਜੀ। ਉਸ ਤੋਂ ਬਾਅਦ ਮਹਿਕਪ੍ਰੀਤ ਕੌਰ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਰ ਮਾਈ ਕੁਐਸਚਨ ਵਾਸ ਕਿ ਸਾਡਾ ਫੂਡ ਹੈਲਥ ਹੈ, ਜੋ ਫੂਡ ਹੁੰਦਾ ਹੈ ਉਹ ਸਾਡੀ ਗਰੋਥ ਤੇ ਵੀ ਡਿਪੈਂਡ ਹੁੰਦਾ ਹੈ। ਡਾਕਟਰ ਸਾਹਿਬ ਆਪ ਜੀ ਦਾ ਮਾਈਕ ਆਫ ਹੋ ਗਿਆ। ਹਾਂਜੀ ਹਾਂਜੀ। ਜਿਹੜਾ ਆਪਣਾ ਫੂਡ ਆ ਤੇ ਗਰੋਥ ਆ ਡਾਇਰੈਕਟਲੀ ਪ੍ਰੋਪੋਰਸ਼ਨਲ ਆ। ਮਤਲਬ ਕਿ ਜਿੰਨਾ ਵਧੀਆ ਆਹਾਰ ਹੋਊਗਾ ਤੁਹਾਡਾ, ਉਨੀ ਜ਼ਿਆਦਾ ਗਰੋਥ ਹੋਊਗੀ ਤੁਹਾਡੀ ਬੋਡੀ ਦੀ। ਜਿਹੜੇ ਆਪਣੇ ਬੋਡੀ ਦੇ ਸੈੱਲ ਨੇ ਜਾਂ ਬੋਡੀ ਦਾ ਸਾਰਾ ਇਮਿਊਨਿਟੀ ਆ ਜਾਂ ਤੁਸੀਂ ਕਹਿ ਲਓ ਸਾਰੇ ਟਿਸ਼ੂਜ਼ ਨੇ, ਉਹ ਜੇ ਲਾਅ ਦੇ ਨੇਚਰ ਦੇ ਅਕੋਰਡਿੰਗਲੀ ਜੇ ਉਹਨਾਂ ਨੂੰ ਸਾਰੇ ਵਿਟਾਮਿਨਸ ਮਿਨਰਲਸ ਮਿਲ ਰਹੇ ਨੇ ਤਾਂ ਆਪ ਹੀ ਗਰੋਥ ਹੋਏਗੀ ਬੋਡੀ। ਸੋ ਫੂਡ ਡਾਇਰੈਕਟਲੀ ਪ੍ਰੋਪੋਰਸ਼ਨਲ ਆ ਗਰੋਥ ਦੇ। ਜੇ ਆਪਾਂ ਬਹੁਤ ਵਧੀਆ ਖਾਣਾ ਖਾ ਰਹੇ ਹਾਂ ਤਾਂ ਨੈਚੁਰਲੀ ਆਪਣੀ ਗਰੋਥ ਵੀ ਵਧੀਆ ਹੋਏਗੀ। ਠੀਕ ਹੈ। ਇੱਕ ਬੱਚੇ ਦਾ ਸਵਾਲ ਆਇਆ ਹੈ ਕਿ ਸਰ ਤੁਸੀਂ ਕਿਹਾ ਹੌਰਲਿਕਸ ਨਹੀਂ ਲੈ ਸਕਦੇ, ਬੋਰਨਵੀਟਾ ਨਹੀਂ ਲੈ ਸਕਦੇ, ਤਾਂ ਫਿਰ ਇਹਦਾ ਆਲਟਰਨੇਟਿਵ ਵੀ ਦੇ ਦਿਓ। ਹਾਂਜੀ, ਆਲਟਰਨੇਟਿਵ ਮੈਂ ਦੇਤਾ ਆ। ਜਿਵੇਂ ਆਪਣੇ ਆਟੇ ਮਿਕਸ ਕਰ ਲਈਦੇ ਆਪਾਂ, ਜਿਵੇਂ ਕਣਕ ਦਾ ਹੋ ਗਿਆ, ਬਾਜਰਾ, ਸੋਇਆਬੀਨ ਹੋ ਗਿਆ, ਛੋਲਿਆਂ ਦਾ ਆਟਾ, ਇਹਨਾਂ ਨੂੰ ਮਿਕਸ ਕਰਕੇ ਬੱਚਿਆਂ ਨੂੰ ਦੇ ਦਿੱਤਾ ਜਾ ਸਕਦਾ ਹੈ। ਬੱਚਿਆਂ ਦੀ ਗਰੋਥ ਵਾਸਤੇ ਸਭ ਤੋਂ ਬੈਸਟ ਹੈਗਾ ਆ। ਨਹੀਂ, they want something to make milk more tasty, ਤੇ ਉਸ ਤਰ੍ਹਾਂ ਉਹਦੇ ਲਈ ਕੁਝ ਦੱਸ ਦਿਓ। ਮਿਲਕ ਨੂੰ ਵਧੀਆ ਬਣਾਉਣ ਵਾਸਤੇ ਮਿਲਕ ਦੇ ਵਿੱਚ ਹਨੀ ਤੇ ਡੇਟਸ ਤੁਸੀਂ ਮਿਲਾ ਸਕਦੇ ਹੋ। ਹਨੀ ਤੇ ਡੇਟਸ ਨੂੰ ਨਾ ਜਿਵੇਂ ਚਲੋ ਹੁਣ ਤਾਂ ਗਰਮੀ ਹੈ, ਹਨੀ ਡੇਟਸ ਨੂੰ ਜਿਵੇਂ ਗਰਮ ਪਾਣੀ ਦੇ ਵਿੱਚ ਪਾ ਕੇ ਤੇ ਉਹਨੂੰ ਗ੍ਰਾਈਂਡ ਕਰਕੇ ਉਹਦਾ ਪੇਸਟ ਬਣ ਜਾਏਗਾ, ਤੇ ਉਹਦੇ ਵਿੱਚ ਤੁਸੀਂ ਹਨੀ ਪਾ ਲਓ ਤੇ ਸ਼ੱਕਰ, ਜੇ ਸ਼ੱਕਰ ਨਹੀਂ ਪਾਉਣੀ ਹਨੀ ਪਾ ਕੇ ਸ਼ੱਕਰ ਪਾ ਕੇ, ਮਤਲਬ ਕਿ ਬਹੁਤ ਵਧੀਆ ਬਣ ਜਾਏਗਾ। ਸਰਦੀਆਂ ਵਿੱਚ ਕੈਰਟਸ ਵੀ ਪਾ ਸਕਦੇ ਆ। ਹਾਂਜੀ ਹਾਂਜੀ ਹਾਂਜੀ, ਠੀਕ ਹੈ ਜੀ। ਇੱਕ ਹੈਂਡ ਰੇਜ਼ ਹੋਰ ਲੈ ਲਓ ਵੀਰ ਜੀ, ਮਮਤਾ ਧਾਲੀਵਾਲ, ਇਹਨਾਂ ਦਾ ਕੁਐਸਚਨ। ਵੀਰ ਜੀ ਇਹਨਾਂ ਦੀ ਕਨੈਕਸ਼ਨ ਪ੍ਰੋਬਲਮ ਆ ਰਹੀ ਹੈ, ਆਪਾਂ ਜਦ ਤੱਕ ਨੈਕਸਟ ਲੈ ਲੈਂਦੇ ਆ। 11485 ਸਿਮਰਜੀਤ ਕੌਰ। ਮੇਰਾ ਇੱਕ ਕੁਐਸਚਨ ਆ ਕਿ ਬੇਹੀ ਰੋਟੀ ਜਿਹੜੀ ਹੁੰਦੀ ਉਹ ਸਾਡੇ ਸਰੀਰ ਲਈ ਠੀਕ ਹੁੰਦੀ ਆ? ਬੇਹੀ ਰੋਟੀ? ਹਾਂਜੀ, ਜਿਵੇਂ ਕਹਿ ਦਿੰਦੇ ਆ ਵੀ ਚਲੋ ਸਵੇਰ ਦੀ ਰੋਟੀ ਦੁਪਹਿਰੇ ਖਾ ਲਓ ਤੇ ਉਹ ਵਾਲੀ ਰੋਟੀ। ਹਾਂ, ਇਹ ਤੁਸੀਂ ਬਹੁਤ ਵਧੀਆ ਕੁਐਸਚਨ ਚੱਕਿਆ ਆ। ਜਿਹੜੀ ਕੋਈ ਵੀ ਕੁਕਡ ਮਤਲਬ ਕਿ ਜਿਹੜਾ ਇੱਕ ਵਾਰੀ ਤਵੇ ਤੇ ਚਲੇ ਗਿਆ ਫੂਡ, ਕੋਈ ਵੀ, ਚਾਹੇ ਰੋਟੀ ਹੈ, ਚਾਹੇ ਸਬਜ਼ੀ ਹੈ, ਚਾਹੇ ਕੁਛ ਵੀ ਹੈ, ਜਿਹੜਾ ਤੁਸੀਂ ਇੱਕ ਵਾਰੀ ਹੀਟ ਤੇ ਪਕਾ ਲਿਆ, ਉਹਨੂੰ 5 ਘੰਟੇ ਤੋਂ ਬਾਅਦ ਕਦੇ ਵੀ ਨਹੀਂ ਖਾਣਾ। 4 5 ਘੰਟੇ ਦੇ ਅੰਦਰ ਅੰਦਰ ਹੀ
ਉਹਦੇ ਵਿੱਚ ਜਿਹੜੇ ਨਿਊਟ੍ਰੀਐਂਟਸ ਵਿਟਾਮਿਨਸ ਜਾਂ ਮਿਨਰਲਸ ਨੇ ਉਹ ਸਾਰੇ ਖਤਮ ਹੋ ਜਾਂਦੇ ਨੇ। ਨਿਊਟ੍ਰੀਐਂਟਸ ਵਿਟਾਮਿਨ ਸਾਰਾ ਕੁਝ ਖਤਮ ਹੋ ਜਾਂਦਾ ਆ 4 ਜਾਂ 5 ਘੰਟੇ ਦੇ ਵਿੱਚ ਮੈਕਸਿਮਮ 5 ਘੰਟੇ ਦੇ ਵਿੱਚ ਹੀ ਫੂਡ ਜਿਹੜਾ ਆ ਕੁਕਡ ਫੂਡ ਉਹ ਖਾਣਾ ਆ ਤੁਸੀਂ। ਹਾਂਜੀ ਥੈਂਕ ਯੂ ਜੀ। ਲਾਸਟ ਹੈਂਡ ਰੇਜ਼ ਲਵਾਂਗੇ ਸਿਮਰਨਜੀਤ ਕੌਰ EPP 15512। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਰ ਮੇਰਾ ਕੁਐਸਚਨ ਇਹ ਸੀ ਕਿ ਮੇਰੀ ਸਿਸਟਰ ਛੋਟੀ ਆ 15 ਸਾਲ ਦੀ ਹੈ ਤੇ ਉਹਨੂੰ ਕਿਹਾ ਕਿ ਤੇਰਾ ਬਲੱਡ ਖਰਾਬ ਹੈ ਤੇ ਹੁਣ ਉਹਨੂੰ ਮਤਲਬ ਫਰੂਟਸ ਵਗੈਰਾ ਦੇਣੇ ਚਾਹੀਦੇ ਆ ਜਾਂ ਉਹਦਾ ਬਲੱਡ ਚੇਂਜ ਕਰਵਾਉਣਾ ਚਾਹੀਦਾ? ਇੱਕ ਮੇਰੇ ਕੋਲ ਜਿਵੇਂ ਕਹਿ ਦਿੰਦੇ ਇੱਕ ਡਾਈਟ ਚਾਰਟ ਹੈਗਾ ਆ ਕਿ ਡਾਈਟ ਚਾਰਟ ਦੇ ਵਿੱਚ ਏਦਾਂ ਆ ਵੀ ਕੋਈ ਵੀ ਪ੍ਰੋਬਲਮ ਜਿਵੇਂ ਮਤਲਬ ਕੋਈ ਵੀ ਕੈਂਸਰ ਤੋਂ ਲੈ ਕੇ ਕੋਈ ਵੀ ਡਾਇਬੀਟੀਜ਼ ਬਲੱਡ BP ਸ਼ੂਗਰ ਜਾਂ ਕੁਝ ਵੀ ਆ ਉਹਦੇ ਲਈ ਮਤਲਬ ਕਿ ਸਿੰਪਲੀ ਉਹਦੇ ਵਿੱਚ ਪਤਾ ਕੀ ਹੈਗਾ ਆ ਜਿਵੇਂ ਜੇ ਕੋਈ ਵੀ ਆਪਾਂ ਨੂੰ ਵੱਡੀ ਤੋਂ ਵੱਡੀ ਬਿਮਾਰੀ ਵੀ ਹੈਗੀ ਆ ਉਹ ਸਿੰਪਲੀ ਉਸ ਡਾਈਟ ਚਾਰਟ ਫੋਲੋ ਕਰਨ ਨਾਲ ਠੀਕ ਹੋ ਜਾਏਗੀ। ਉਹਦੇ ਵਿੱਚ ਮਤਲਬ ਕਿ ਮੈਂ ਸਾਰੇ ਬੱਚਿਆਂ ਨੂੰ ਜੇ ਕੋਈ ਕਿਸੇ ਨੂੰ ਵੀ ਕੋਈ ਐਸਿਡ ਦੀ ਪ੍ਰੋਬਲਮ ਜਾਂ ਕਿਸੇ ਨੂੰ ਘਰ 'ਚ ਕੋਈ ਵੀ ਪ੍ਰੋਬਲਮ ਆ ਕੋਈ ਵੀ ਪ੍ਰੋਬਲਮ ਮਤਲਬ ਕਿ ਵੱਡੀ ਤੋਂ ਵੱਡੀ ਪ੍ਰੋਬਲਮ ਆ ਉਹ ਇਹ ਫੋਲੋ ਕਰਨ ਨਾਲ ਮਹੀਨਾ ਜਾਂ 2 ਮਹੀਨੇ ਦੇ ਵਿੱਚ ਉਹ ਠੀਕ ਹੋ ਸਕਦੀ ਹੈ। ਮਤਲਬ ਕਿ ਜੇ ਤੁਸੀਂ ਰੈਗੂਲੈਰਿਟੀ 2 ਮਹੀਨੇ 3 ਮਹੀਨੇ ਮਤਲਬ ਕਿ ਆਰਾਮ ਨਾਲ ਕੋਈ ਪ੍ਰੋਬਲਮ ਨਹੀਂ ਹੋਏਗੀ ਤੁਹਾਨੂੰ। ਸੋ ਸਭ ਤੋਂ ਪਹਿਲਾਂ ਬੇਸਿਕਲੀ ਕੀ ਆ ਮਤਲਬ ਕਿ ਫਾਸਟਿੰਗ ਬਹੁਤ ਜ਼ਿਆਦਾ ਜ਼ਰੂਰੀ ਹੈ। ਫਾਸਟਿੰਗ ਮਤਲਬ ਕਿ ਤੁਸੀਂ ਰਾਤ ਸ਼ਾਮੀ 6 ਵਜੇ ਤੋਂ ਲੈ ਕੇ ਸਵੇਰ ਦੇ 10 ਵਜੇ ਤੱਕ ਮਤਲਬ ਕਿੰਨੇ 16 ਘੰਟੇ ਹੋ ਜਾਂਦੇ ਨੇ ਉਹ 16 ਘੰਟੇ ਕੁਝ ਵੀ ਨਹੀਂ ਖਾਣਾ। ਜਿਹੜੀ ਆਪਣੀ ਬੋਡੀ ਹੈ ਨਾ ਬੋਡੀ ਦੇ ਵਿੱਚ ਇੱਕ એનર્ਜੀ ਆ ਉਹ ਜਾਂ ਤਾਂ ਡਾਈਜੈਸਟ ਕਰ ਸਕਦੀ ਆ ਜਾਂ ਹੀਲ ਕਰ ਸਕਦੀ ਆ। ਜੇ ਅਸੀਂ ਖਾਂਦੇ ਰਹਿੰਦੇ ਆ ਉਹ ਜਿਹੜੀ એનર્ਜੀ ਆ ਉਹ ਡਾਈਜੈਸਟ ਕਰਨ 'ਚ ਲੱਗੀ ਰਹਿੰਦੀ ਆ ਫਿਰ ਉਹ ਹੀਲ ਕਰਨ 'ਚ ਨਹੀਂ ਲੱਗਦੀ। ਜਿਹੜੀ ਬੋਡੀ ਆ ਬੋਡੀ ਦੇ ਵਿੱਚ ਇੰਨੀ ਪਾਵਰ ਆ ਕਿ ਉਹ ਹਰ ਇੱਕ ਚੀਜ਼ ਨੂੰ ਹੀਲ ਕਰ ਸਕਦੀ ਹੈ ਐਵਰੀਥਿੰਗ। ਇਹ ਮੈਂ ਤੁਹਾਨੂੰ ਦੱਸ ਰਿਹਾ ਇਹ ਕੋਈ ਵੀ ਡਾਕਟਰ ਨਹੀਂ ਦੱਸੇਗਾ ਤੁਹਾਨੂੰ ਕੋਈ ਵੀ ਡਾਕਟਰ ਨਹੀਂ ਦੱਸੇਗਾ ਕਿਉਂਕਿ ਬਿਕੋਜ਼ ਜੇ ਇਦਾਂ ਦੀ ਚੀਜ਼ ਉਹ ਦੱਸ ਦੇਣਗੇ ਮਤਲਬ ਕਿ ਅੱਜ ਜਿਹੜੀ ਐਲੋਪੈਥਿਕ ਜਾਂ ਜਿਵੇਂ ਵੀ ਤੁਸੀਂ ਮਾਡਰਨ ਡਾਕਟਰਸ ਕਹਿ ਲਓ ਦੇ ਮਤਲਬ ਕਿ ਉਹਨਾਂ ਦਾ ਇਦਾਂ ਆ ਵੀ ਲੈਬੋਰੇਟਰੀ ਟੈਸਟ ਦੇ ਤੇ ਮੈਡੀਸਿਨਸ ਲਿਖਦੀਆਂ ਉਹ ਫਿਰ ਉਹ ਸਰਕਲ ਚੱਲਦਾ ਰਹਿੰਦਾ। ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ। ਸੋ ਬੋਡੀ ਦੇ ਵਿੱਚ ਇਦਾਂ ਦੀ ਇੰਨੀ ਜ਼ਿਆਦਾ ਪਾਵਰ ਆ ਕਿ ਉਹ ਸਾਰਾ ਕੁਝ ਹੀਲ ਕਰ ਸਕਦੀ ਹੈ। ਬਸ ਤੁਸੀਂ ਉਹਨੂੰ ਥੋੜੀ ਰੈਸਟ ਦਿਓ। ਆਪਾਂ ਪਾਉਂਦੇ ਰਹਿੰਦੇ ਆ ਉਹਨੂੰ ਹੀਲ ਕਰਨ ਦਾ ਮੌਕਾ ਦਿਓ। 16 ਘੰਟੇ ਦਾ ਉਪਵਾਸ 10 ਵਜੇ ਨਾਰੀਅਲ ਪਾਣੀ ਠੀਕ ਹੈ 10 ਵਜੇ ਦੇ ਤੁਸੀਂ ਨੋਟ ਕਰ ਸਕਦੇ ਹੋ ਡਾਈਟ ਚਾਰਟ ਮੇਰਾ 10 ਵਜੇ ਨਾਰੀਅਲ ਪਾਣੀ ਪੀ ਕੇ ਘੰਟਾ ਜਾਂ 2 ਘੰਟੇ ਬਾਅਦ ਤੁਸੀਂ ਫਰੂਟਸ ਲੈਣਾ ਆ। ਫਰੂਟਸ ਲੈਣ ਤੋਂ ਬਾਅਦ ਤੁਸੀਂ 2 ਘੰਟੇ ਬਾਅਦ ਮਤਲਬ ਕਿ ਕੋਈ ਵੀ ਗ੍ਰੇਨ ਡਾਈਟ ਮਤਲਬ ਕਿ ਆਪਣੀ ਰੋਟੀ ਤੇ ਸਬਜ਼ੀ ਲੈ ਲਓ। ਉਸ ਤੋਂ 2 ਘੰਟੇ ਬਾਅਦ ਕੋਈ ਵੀ ਫਰੂਟਸ ਦਾ ਜਾਂ ਸਬਜ਼ੀ ਦਾ ਜੂਸ ਲੈ ਲਓ ਤੇ ਉਸ ਤੋਂ 2 ਘੰਟੇ ਬਾਅਦ ਵੈਜੀਟੇਬਲਸ ਜਿਹੜੀਆਂ ਕੱਟ ਕੇ ਮਤਲਬ ਕਿ ਸੈਲਡ ਖਾਣਾ ਆ। ਮਤਲਬ ਕਿ ਇੱਕ ਦਿਨ ਦੇ ਵਿੱਚ ਜੇ ਕਿਸੇ ਵੀ ਕ੍ਰੋਨਿਕ ਮਤਲਬ ਕਿ ਜੇ ਕਿਸੇ ਨੂੰ ਕੋਈ ਵੀ ਕ੍ਰੋਨਿਕ ਬਿਮਾਰੀ ਆ ਉਹਨੂੰ ਇੱਕ ਦਿਨ ਦੇ ਵਿੱਚ ਇੱਕ ਵਾਰ ਰੋਟੀ ਖਾਣੀ ਚਾਹੀਦੀ ਹੈ। ਬਾਕੀ ਟਾਈਮ ਵੈਜੀਟੇਬਲਸ ਫਰੂਟਸ ਜੂਸਿਸ ਤੇ ਨਾਰੀਅਲ ਪਾਣੀ ਇੱਕੋ ਟਾਈਮ ਰੋਟੀ ਬਿਕੋਜ਼ ਜਿਹੜੀ ਆਪਾਂ ਦੇਖੀਏ ਵੀ ਜੇ ਆਪਾਂ ਅੱਜ ਉਹ 18 ਘੰਟੇ ਐਕਿਊਮੂਲੇਟ ਹੁੰਦੇ ਰਹਿੰਦੇ ਨੇ। ਸੋ ਬੇਸਿਕਲੀ ਟੌਕਸਿਨਸ ਜਿਹੜੇ ਟੌਕਸਿਨਸ ਨੇ ਨਾ ਉਹ ਐਕਿਊਮੂਲੇਟ ਹੁੰਦੇ ਰਹਿੰਦੇ ਨੇ ਬੋਡੀ ਦੇ ਵਿੱਚ ਇੰਨੇ ਜ਼ਿਆਦਾ ਕਿ ਉਹ ਬੋਡੀ ਹੀਲ ਹੀ ਨਹੀਂ ਕਰ ਪਾਉਂਦੀ ਉਹ ਡਾਈਜੈਸ਼ਨ 'ਚ ਹੀ ਲੱਗੀ ਰਹਿੰਦੀ ਹੈ ਸਾਰਾ ਟਾਈਮ ਡਾਈਜੈਸ਼ਨ 'ਚ ਲੱਗੀ ਰਹਿੰਦੀ ਆ। ਸੋ ਜੇ ਇਹ ਜਿਹੜਾ ਪੁਆਇੰਟ ਤੁਸੀਂ ਸਾਰੇ ਜੇ ਇੱਕ ਵਾਰੀ ਨੋਟ ਕਰ ਲਓ ਵੀ ਵਾਹਿਗੁਰੂ ਜੀ। आई थिंक डॉक्टर साहब ਦੀ ਕੋਈ ਕਨੈਕਸ਼ਨ ਐਰਰ ਆ ਰਹੀ ਹੈ। ਸਾਰੇ ਬੱਚਿਆਂ ਨੂੰ ਅਸੀਂ ਬੇਨਤੀ ਕਰਦੇ ਹਾਂ ਬੋਡੀ ਦੇ ਵਿੱਚ ਡਾਈਜੈਸ਼ਨ ਤੇ ਹੀਲਿੰਗ ਇਹ ਪਾਵਰ ਆ ਤੇ ਜੇ ਆਪਾਂ ਖਾਂਦੇ ਹੀ ਰਵਾਂਗੇ ਤਾਂ ਟੌਕਸਿਨਸ ਐਕਿਊਮੂਲੇਟ ਹੁੰਦੇ ਰਹਿਣਗੇ ਬਿਮਾਰੀਆਂ ਲੱਗਦੀਆਂ ਰਹਿਣਗੀਆਂ ਪਿੰਪਲਸ बहुत धन्यवाद। वाहिगुरु जी। हाँ जी कोई नहीं वाहिगुरु। हाँ जी आवाज आ रही है मेरी? हाँ जी मैनू आ रही है। सर अज कुछ मैनू लग रहा है कनेक्शन प्रॉब्लम है
ਮੈਂ ਰਿਕੁਐਸਟ ਕਰਦੀ ਹਾਂ ਕਿ ਤੁਸੀਂ ਆਪਣਾ ਡਾਈਟ ਚਾਰਟ ਹੈ ਭੇਜ ਦਿਓ, ਅਸੀਂ ਸਾਰੇ ਸਟੂਡੈਂਟਸ ਦੇ ਗਰੁੱਪ ਵਿੱਚ ਪਾ ਦੇਵਾਂਗੇ। ਹਾਂਜੀ ਹਾਂਜੀ ਹਾਂਜੀ, ਤੇ ਜੇ ਕੋਈ ਸਟੂਡੈਂਟ ਗਰੁੱਪ ਵਿੱਚ ਐਡ ਨਹੀਂ ਹੈ, ਉਹ ਕੁਐਰੀ ਦੇ ਨੰਬਰ ਤੇ ਕੰਟੈਕਟ ਕਰ ਸਕਦੇ ਹੋ। ਹਾਂਜੀ, ਤੇ ਮੈਨੂੰ ਨਾ ਥੋੜੀ ਪਿੱਛੋਂ ਕਾਲਸ ਆ ਰਹੀਆਂ ਨੇ ਹਸਪੀਟਲ ਤੋਂ, ਤਾਂ ਕਰਕੇ ਥੋੜੀ ਪ੍ਰੋਬਲਮ ਆ ਰਹੀ ਹੈ, ਹੋਰ ਕੋਈ ਚੱਕਰ ਨਹੀਂ। ਹਾਂਜੀ ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ। ਕਮਾਲ ਹੈ, ਐਸੇ ਗੁਰਸਿੱਖ ਡਾਕਟਰ ਅਗਰ ਸਾਡੀ ਕੌਮ 'ਚ ਹੋਣਗੇ ਨਾ, ਜਿਵੇਂ ਅੰਕਲ ਜੀ ਕਹਿੰਦੇ ਆ ਕਿ ਜਿਹੜੇ ਡਾਕਟਰ ਉਹ ਫਿਰ ਕਿਡਨੀਆਂ ਵੇਚਣ ਵਾਲੇ ਡਾਕਟਰ ਨਹੀਂ ਬਣਨਗੇ, ਫਿਰ ਆਪਾਂ ਸੋਚ ਸਕਦੇ ਹਾਂ ਕਿ ਕੌਮ ਕਿੱਥੇ ਜਾਏਗੀ। ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਲਈ ਇੱਕ ਬਹੁਤ ਵੱਡਾ ਪ੍ਰੇਰਨਾ ਸਰੋਤ ਵੀ ਹੋ। ਤੇ ਜਿਹੜੇ ਬੱਚਿਆਂ ਨੂੰ ਮੈਂ ਦੁਬਾਰਾ ਅਨਾਉਂਸ ਕਰਦਾ ਕਿ ਜਿਹੜੇ ਬੱਚੇ ਗਰੁੱਪ ਵਿੱਚ ਨਹੀਂ ਹੈ, ਕੁਐਰੀ ਦੇ ਨੰਬਰ ਤੇ ਆਪਣਾ ਨੰਬਰ ਦੇ ਸਕਦੇ ਹਾਂ, ਅਸੀਂ ਉਹਨਾਂ ਨੂੰ ਗਰੁੱਪ ਵਿੱਚ ਐਡ ਕਰ ਲਾਂਗੇ। ਤੇ ਡਾਕਟਰ ਸਾਹਿਬ ਦਾ ਡਾਈਟ ਚਾਰਟ ਹੈ, ਅਸੀਂ ਉਹ ਗਰੁੱਪ ਦੇ ਵਿੱਚ ਐਡ ਕਰ ਦਿਆਂਗੇ ਜੀ। ਬਹੁਤ ਬਹੁਤ ਧੰਨਵਾਦ। ਤੇ ਸਾਡਾ ਜਿਹੜਾ ਨੈਕਸਟ ਸੈਸ਼ਨ ਹੈ ਉਹ ਲੈਣਗੇ ਸਕਾਟਲੈਂਡ ਤੋਂ ਦਲਜੀਤ ਕੌਰ ਜੀ। ਮੈਂ ਇਹਨਾਂ ਦੀ ਬਰੀਫ ਜੀ ਇੰਟਰੋਡਕਸ਼ਨ ਦਵਾਂ। ਇਹ ਰਿਟਾਇਰਡ ਟੀਚਰ ਨੇ ਸਕਾਟਲੈਂਡ ਦੇ, ਤੇ ਉਸ ਤੋਂ ਇਲਾਵਾ ਇਹ ਐਜੂਕੇਟ ਪੰਜਾਬ ਪ੍ਰੋਜੈਕਟ ਦੇ ਬਹੁਤ ਵੱਡੇ ਸਪੋਰਟਰ ਨੇ, ਤੇ ਜਿੰਨੀਆਂ ਵੀ ਐਕਟੀਵਿਟੀਜ਼ ਹੁੰਦੀਆਂ ਨੇ ਬਾਈ ਐਜੂਕੇਟ ਪੰਜਾਬ ਪ੍ਰੋਜੈਕਟ, ਇਹਦੇ ਵਿੱਚ ਇਹ ਸਾਨੂੰ ਬਹੁਤ ਸਪੋਰਟ ਕਰਦੇ ਨੇ। ਮੈਂ ਬੇਨਤੀ ਕਰਾਂਗੀ ਦਲਜੀਤ ਕੌਰ ਜੀ ਨੂੰ ਕਿ ਉਹ ਆਪਣਾ ਸੈਸ਼ਨ ਆਰੰਭ ਕਰਨ। ਵੈਲਕਮ ਮੈਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਪਹਿਲੇ ਤਾਂ ਮੈਂ ਬਹੁਤ ਹੀ ਆਨਰਡ ਫੀਲ ਕਰਦੀ ਹਾਂ ਕਿ ਵੀਰ ਜਸਵਿੰਦਰ ਸਿੰਘ ਜੀ ਨੇ ਮੈਨੂੰ ਕੁਝ ਬੋਲਣ ਵਾਸਤੇ ਆਖਿਆ, ਬੱਚਿਆਂ ਵਾਸਤੇ, ਕਿ ਕੁਝ ਅਗਰ ਮੈਂ ਪ੍ਰੇਰਨਾ ਦੇ ਸਕਾਂ। ਸੋ ਆਪਣੇ ਐਕਸਪੀਰੀਅੰਸ ਦੇ ਨਾਲ ਜਿਹੜਾ ਕਿ ਮੈਨੂੰ ਰਿਹਾ, ਮੈਂ ਟੀਚਰ ਕਾਫੀ ਸਾਲ ਤੱਕ ਰਹੀ, ਇੰਡੀਆ ਵੀ, ਇੱਥੇ ਲੁਧਿਆਣੇ ਦੇ ਵਿੱਚ ਕਨਵੈਂਟ ਦੇ ਵਿੱਚ ਸੀ, ਫਿਰ ਸੈਨਿਕ ਸਕੂਲ ਦੇ ਵਿੱਚ ਕਰਨਾਲ ਵਿੱਚ ਸੀ। ਇੱਥੇ ਆ ਕੇ ਵੀ ਮੈਂ ਪੜਾਇਆ। ਮੇਰਾ ਸਬਜੈਕਟ ਵੈਸੇ ਕੈਮਿਸਟਰੀ ਸੀ, ਪਰ ਐਕਸਪੀਰੀਅੰਸ ਤਾਂ ਉਹੀ ਹੁੰਦੇ ਆ, ਨੌਲੇਜ, ਲਰਨਿੰਗ ਕਿਸ ਤਰ੍ਹਾਂ ਕਰਦੇ ਆ ਬੱਚੇ, ਬੱਚਿਆਂ ਨੂੰ ਕਿਸ ਤਰ੍ਹਾਂ ਪ੍ਰੇਰਨਾ ਦਿੱਤੀ ਜਾਂਦੀ ਹੈ, ਇੱਕ ਪ੍ਰਕਿਰਿਆ ਹੁੰਦੀ ਹੈ ਸਿੱਖਣ ਦੀ। ਸੋ ਉਹ ਮੈਂ ਜ਼ਰੂਰ ਥੋੜਾ ਜਿਹਾ ਉਹਦੇ ਤੇ ਰੋਸ਼ਨੀ ਪਾ ਸਕਦੀ ਹਾਂ, ਸ਼ਾਇਦ ਬੱਚਿਆਂ ਨੂੰ ਉਹਦੇ ਨਾਲ ਕਾਫੀ ਹੋ ਸਕਦਾ ਹੈ ਹੈਲਪ ਮਿਲ ਜਾਏ। ਸੋ ਮੇਰਾ ਜਿਹੜਾ ਮੇਨ ਫੋਕਸ ਅੱਜ ਰਹੇਗਾ, ਤੇ ਇੱਕ ਤਾਂ ਇਹ ਕਿ ਵੀ ਸਿੱਖਣ ਵਾਸਤੇ, ਕੋਈ ਵੀ ਨਵੀਂ ਨੌਲੇਜ ਲੈਣ ਵਾਸਤੇ, ਲਰਨਿੰਗ ਵਾਸਤੇ ਉਹਦੇ ਨੁਕਤੇ ਕੀ ਹੁੰਦੇ ਆ, ਪ੍ਰਕਿਰਿਆ ਕੀ ਹੁੰਦੀ ਹੈ, ਔਰ ਦੂਸਰਾ ਕਿ ਥੋੜਾ ਜਿਹਾ ਸੋਚਾਂਗੇ ਕਿ ਵੀ ਬ੍ਰੇਨ ਦੀ ਕਪੈਸਿਟੀ ਅਸੀਂ ਕਿੰਨੀ ਹੈਗੀ ਆ ਔਰ ਕਿੰਨੀ ਯੂਜ਼ ਕਰਦੇ ਆ, ਤੇ ਉਹਦੇ ਉੱਤੇ ਮੈਂ ਕਰਾਂਗੀ। ਸੋ ਜਿਹੜੀ ਸਾਰਿਆਂ ਤੋਂ ਪਹਿਲਾਂ ਤੇ ਪੜ੍ਹਾਈ ਦੀ ਲੋੜ ਹੀ ਕਿਉਂ ਹੈਗੀ ਹੈ। ਪੜ੍ਹਾਈ ਮਤਲਬ ਮੈਂ ਕਾਗਜ਼ੀ ਪੜ੍ਹਾਈ ਦੀ ਨਹੀਂ ਗੱਲ ਕਰ ਰਹੀ, ਕੋਈ ਵੀ ਚੀਜ਼ ਸਿੱਖਣ, ਜਿਹੜਾ ਸਿੱਖਦਾ ਇਨਸਾਨ, ਉਹਦਾ ਕੋਈ ਨਾ ਕੋਈ ਸਾਨੂੰ ਕਿਸ ਤਰ੍ਹਾਂ ਲਾਈਫ ਜੀਣੀ ਹੈ, ਕਿਸ ਤਰ੍ਹਾਂ ਉਹਦਾ ਐਪਲੀਕੇਸ਼ਨ ਤੇ ਲਾਈਫ ਦੇ ਵਿੱਚ ਹੁੰਦਾ ਹੈ, ਔਰ ਆਪਣੇ ਐਵਰੀ ਡੇ ਡੇਲੀ ਉਹਦੇ ਨਾਲ ਸਾਨੂੰ ਜਾਂਚ ਮਿਲਦੀ ਹੈ ਕਿ ਵੀ ਕਿਸੇ ਪ੍ਰੋਬਲਮ ਕੋਈ ਹੁੰਦੀ ਹੈ, ਉਹਨੂੰ ਕਿਸ ਤਰ੍ਹਾਂ ਸੋਲਵ ਕਰਨਾ ਹੈਗਾ। ਸੋ ਖਾਲੀ ਇਮਤਿਹਾਨ ਦੇ ਕੇ ਸਰਟੀਫਿਕੇਟ ਲੈਣ ਦੇ ਅਗਰ ਉਹਦਾ ਕੋਈ ਫਾਇਦਾ ਨਾ ਹੋਏ ਤਾਂ ਉਹਦੀ ਤਾਂ ਉਹ ਫਜ਼ੂਲ ਹੈ। ਸੋ ਸਾਰਿਆਂ ਤੋਂ ਪਹਿਲਾਂ ਤਾਂ ਮੈਂ ਇਹ ਆਪਣੇ ਬੱਚਿਆਂ ਨੂੰ ਥੋੜਾ ਜਿਹਾ ਬੇਨਤੀ ਕਰਾਂਗੀ ਕਿ ਜਿਹੜਾ ਇਹ ਗਿਆਨ ਹੈ, ਇਹ ਜਿਹੜੀ ਨੌਲੇਜ ਹੈ, ਇਹ ਕਿਸੇ ਵੀ ਤਰੀਕੇ ਨਾਲ ਲਈ ਜਾ ਸਕਦੀ ਹੈ। ਸਿਲੇਬਸ ਤੋਂ, ਕਿਤਾਬਾਂ ਪੜ੍ਹ ਕੇ, ਆਪਸ ਬੜਿਆਂ ਨੂੰ ਦੇਖ ਕੇ, ਜਿਹੜੇ ਰੋਜ਼ਾਨਾ ਅਸੀਂ ਚੀਜ਼ਾਂ ਦੇਖਦੇ ਹਾਂ, ਸਾਰਿਆਂ ਤੋਂ ਅਸੀਂ ਕੁਛ ਨਾ ਕੁਛ ਸਿੱਖ ਸਕਦੇ ਹਾਂ। ਔਰ ਇਹ ਇੱਕ ਇਬਾਦਤ ਹੈ, ਇੱਕ ਪੂਜਾ ਹੈਗੀ ਆ ਇੱਕ ਤਰ੍ਹਾਂ ਦੀ। ਸੋ ਇਹ ਬੜੇ ਪਿਆਰ ਦੇ ਨਾਲ ਪੜ੍ਹਨਾ ਚਾਹੀਦਾ ਜੋ ਵੀ ਕੁਝ ਅਸੀਂ ਪੜ੍ਹੀਏ, ਔਰ ਬੜਾ ਚਾਹ ਹੋਣਾ ਚਾਹੀਦਾ ਹੈ ਕਿ ਵੀ ਹੁਣ ਅਸੀਂ ਇਹ ਪੜ੍ਹ ਰਹੇ ਹਾਂ ਤੇ ਇਕਾਂਤ ਵਿੱਚ ਬੈਠ ਕੇ ਉਹਨੂੰ ਪੜ੍ਹਨਾ ਚਾਹੀਦਾ। ਪੜ੍ਹਨੇ ਦਾ ਮਤਲਬ ਹੈ ਉਹਨੂੰ ਪੜ੍ਹ ਕੇ ਉਹਦੇ ਤੇ ਵਿਚਾਰ ਕਰਨਾ ਚਾਹੀਦਾ ਹੈ, ਉਹਦੇ ਤੇ ਸੋਚਣਾ ਚਾਹੀਦਾ ਹੈ, ਫਿਰ ਹੀ ਉਹਦਾ ਕੁਝ ਫਾਇਦਾ ਹੁੰਦਾ ਹੈ। ਸੋ ਕਦੀ ਵੀ ਇਹ ਨਹੀਂ ਸੋਚਣਾ ਚਾਹੀਦਾ ਕਿ ਅਗਰ ਕੋਈ ਚੀਜ਼ ਮੁਸ਼ਕਿਲ ਲੱਗੇ ਸਮਝਣੇ ਦੇ ਵਿੱਚ ਕਿ I can't do this, ਇਹ I can't do ਜਾਂ ਮੈਂ ਨਹੀਂ ਕਰ ਸਕਦੀ ਜਾਂ ਔਖਾ ਹੈਗਾ ਹੈ, ਇਸ ਜਿਹੜਾ ਸ਼ਬਦਾਵਲੀ ਹੈ ਇਹਨੂੰ ਤਾਂ ਬਿਲਕੁਲ ਹੀ ਮਿਟਾ ਕੇ, ਕੱਢ ਕੇ ਬਾਹਰ
ਸੁੱਟ ਦੇਣਾ ਚਾਹੀਦਾ। ਆਲਵੇਜ਼ ਥਿੰਕ ਆਈ ਕੈਨ ਡੂ। ਸੋ ਇਹ ਜਿਹੜਾ ਆਤਮ ਵਿਸ਼ਵਾਸ ਹੈ ਇਹ ਬਹੁਤ ਜ਼ਰੂਰੀ ਹੈ। ਔਰ ਉੱਪਰੋਂ ਵਾਹਿਗੁਰੂ ਜੀ ਦੀ ਮਿਹਰ ਦੇ ਨਾਲ ਯੂ ਵਿਲ ਬੀ ਏਬਲ ਟੂ ਡੂ ਐਨੀਥਿੰਗ, ਜੋ ਵੀ ਕੁਝ ਤੁਸੀਂ ਕਰਨਾ ਚਾਹੋ। ਹੁਣ ਲੋਕੀ ਐਵਰੈਸਟ ਤੇ ਵੀ ਜਾਂਦੇ ਹੈ, ਉਹਨਾਂ ਦੀ ਵੀ ਹਿੰਮਤ ਹੈ, ਉਹ ਇਹੀ ਸੋਚ ਕੇ ਜਾਂਦੇ ਹੈ ਕਿ ਉੱਪਰ ਤੱਕ ਚੜ੍ਹਦਾ ਹੈ। ਇਸੇ ਤਰ੍ਹਾਂ ਪੜ੍ਹਾਈ ਦਾ ਹੈਗਾ। ਸੋ ਪੜ੍ਹਾਈ ਨੂੰ ਇੱਕ ਚੈਲੰਜ ਸਮਝਣਾ ਚਾਹੀਦਾ ਹੈ। ਚੈਲੰਜ ਦੂਸਰੇ ਨੂੰ ਥੱਲੇ ਡਿੱਗਣ ਵਾਸਤੇ ਨਹੀਂ, ਬਲਕਿ ਆਪਣੇ ਨਾਲ ਦੇ ਨਾਲ ਚੈਲੰਜ ਹੋਣਾ ਚਾਹੀਦਾ ਕਿ ਮੈਂ ਇੰਨਾ, ਹੁਣ ਜਿਸ ਤਰ੍ਹਾਂ ਮੇਰੇ ਸਕੋਰ ਇੰਨਾ ਨੰਬਰ ਆਏ, 50% ਆਏ, 60% ਆਏ, ਤੇ ਇਹ ਸੋਚਣਾ ਚਾਹੀਦਾ ਕਿ ਮੇਰੇ 70% ਕਿਉਂ ਨਹੀਂ ਆਏ, 80% ਕਿਉਂ ਨਹੀਂ ਆਏ, 90% ਕਿਉਂ ਨਹੀਂ ਆਏ, ਔਰ 95% ਕਿਉਂ ਨਹੀਂ ਆਏ। ਸੋ ਗਾਹਾਂ ਅੱਗੇ ਅੱਗੇ ਵਧਣੇ ਦੀ ਕੋਸ਼ਿਸ਼, ਆਪਣੇ ਬ੍ਰੇਨ ਦੇ ਉੱਤੇ ਮਤਲਬ ਕਿ ਇੱਕ ਆਪਣੇ ਆਪ ਤੇ ਸਵਾਲ ਕਰਨਾ ਚਾਹੀਦਾ ਹੈ ਕਿ ਭਈ ਆਈ ਕੈਨ ਡੂ ਇਟ, ਸੋ ਮੈਂ ਕਿਉਂ ਨਹੀਂ ਕਰ ਸਕਦਾ। ਸੋ ਬ੍ਰੇਨ ਦੀ ਕਪੈਸਿਟੀ ਅਨਲਿਮਿਟਿਡ ਹੈਗੀ ਹੈ, ਇਨਫਾਈਨਾਈਟ ਹੈ, ਉਹਦੀ ਕੋਈ ਸੀਮਾ ਨਹੀਂ ਹੈਗੀ, ਪਰ ਅਸੀਂ ਇਸਤੇਮਾਲ ਨਹੀਂ ਕਰਦੇ। ਸੋ ਪੜ੍ਹਾਈ ਅਸੀਂ ਇਮਤਿਹਾਨ ਵਾਸਤੇ ਅਗਰ ਕਰੀਏ ਤੇ ਪਾਸ ਹੋਣਾ ਹੀ ਇਹ ਸਿਰਫ ਇਹਨਾਂ ਮਕਸਦ ਜਿਹੜਾ ਹੈਗਾ ਹੈ ਉਹ ਬਹੁਤ ਹੀ ਛੋਟਾ ਮਕਸਦ ਹੈ, ਔਰ ਉਹਦਾ ਕੋਈ ਲਾਈਫ ਦੇ ਵਿੱਚ ਕੋਈ ਫਾਇਦਾ ਨਹੀਂ ਹੁੰਦਾ। ਪੜ੍ਹਾਈ ਨੂੰ ਬੌਧਿਕ ਵਿਕਾਸ ਕੇ ਸਾਡਾ ਨਜ਼ਰੀਆ ਬਦਲ ਜਾਏ, ਸਾਡੇ ਬ੍ਰੇਨ ਦਾ ਡਿਵੈਲਪਮੈਂਟ ਜਿਹੜਾ ਹੁੰਦਾ ਹੈ ਉਹ ਹੋਣਾ ਚਾਹੀਦਾ। ਔਰ ਜਦੋਂ ਤੁਸੀਂ ਕੋਈ ਨਵੀਂ ਚੀਜ਼ ਸਿੱਖਦੇ ਹੋ, ਚਾਹ ਦੇ ਨਾਲ ਸਿੱਖਦੇ ਹੋ, ਪ੍ਰੇਮ ਦੇ ਨਾਲ ਸਿੱਖਦੇ ਹੋ, ਤੇ ਉਹਦੇ ਵਿੱਚ ਉਹ ਆਨੰਦ ਆਉਂਦਾ ਹੈਗਾ ਕਿ ਜਿਹੜਾ ਕਿ ਤੁਹਾਨੂੰ ਕਦੇ ਵੀ ਕਿਸੇ ਵੀ ਸਵਾਦਿਸ਼ਟ ਭੋਜਨ ਨਾਲ ਨਹੀਂ ਮਿਲਦਾ, ਕੋਈ ਸੋਹਣੇ ਕੱਪੜੇ ਪਾ ਕੇ ਨਹੀਂ ਮਿਲਦਾ, ਤੁਸੀਂ ਕਿਸੇ ਨੂੰ ਦਿਖਾ ਨਹੀਂ ਸਕਦੇ, ਪਰ ਤੁਹਾਨੂੰ ਅੰਦਰ ਫੀਲਿੰਗ ਹੁੰਦੀ ਹੈ ਕਿ ਉਹ ਮੈਨੂੰ ਇਹ ਵੀ ਆ ਗਿਆ। ਹੁਣ ਜਿਸ ਤਰ੍ਹਾਂ ਮੈਥਮੈਟਿਕਸ ਦਾ ਕੋਈ ਸਵਾਲ ਹੈ, ਪਹਿਲੇ ਨਹੀਂ ਕਰ ਸਕਦੇ ਸੀ, ਹੁਣ ਉਹ ਕਰ ਸਕਦੇ ਆ ਤੇ ਬੜੀ ਖੁਸ਼ੀ ਹੁੰਦੀ ਹੈ। ਉਹੀ ਜਿਹੜਾ ਔਖਾ ਸਵਾਲ ਸੀ ਹੁਣ ਬੜਾ ਸੌਖਾ ਲੱਗਣ ਲੱਗ ਪੈਂਦਾ ਹੈਗਾ। ਸੋ ਦੂਸਰਾ ਇਹ ਹੈਗਾ ਕਿ ਸਿੱਖਣ ਵਾਸਤੇ ਇਹ ਇੱਕ ਤਾਂ ਅਨਲਿਮਿਟਿਡ ਹੈ, ਅਸੀਂ ਕਿੰਨਾ ਵੀ ਸਿੱਖਦੇ ਰਹੀਏ, ਰੋਜ਼ ਸਿੱਖਦੇ ਰਹੀਏ, ਕਰਦੇ ਰਹੀਏ, ਫਿਰ ਵੀ ਨਾ ਸਾਡੀ ਨੌਲੇਜ ਇੱਕ ਕਿਣਕੇ ਵਰਗੀ ਹੋਏਗੀ, ਕਿਉਂਕਿ ਸਿੱਖਣ ਵਾਸਤੇ ਹੈਗਾ ਹੀ ਇੰਨਾ ਕੁਝ ਹੈਗਾ। ਸੋ ਉਹ ਕਦੇ ਵੀ ਨਹੀਂ। ਔਰ ਐਜ਼ ਅ ਸਿੱਖ ਸਾਡਾ ਤੇ ਨਾਮ ਹੀ, ਸਾਡੇ ਤਾਂ ਉਹ ਸਿੱਖ ਹੈਗਾ ਕਿ ਸਿੱਖਦੇ ਹੀ ਰਹੋ, ਸਿੱਖਦੇ ਹੀ ਰਹੋ। ਕੋਈ ਵੀ ਉਮਰ ਬਹੁਤ ਬੜੀ ਨਹੀਂ ਹੈ ਕਿ ਅਸੀਂ ਹੁਣ ਸਿੱਖ ਨਹੀਂ ਸਕਦੇ। ਸੋ ਜਿਹੜੇ ਆਨੰਦ ਦੀ ਗੱਲ ਮੈਂ ਫਿਰ ਥੋੜਾ ਜਿਹਾ ਵਾਪਸ ਜਾ ਰਹੀ ਹਾਂ। ਜਿਸ ਤਰ੍ਹਾਂ ਮੈਂ ਜਪਜੀ ਸਾਹਿਬ ਪੜ੍ਹਦੀ ਸੀ, ਮੈਂ ਯੂਪੀ ਦੇ ਵਿੱਚ ਰਹੀ, ਮੈਨੂੰ ਬਿਲਕੁਲ ਕਦੇ ਨਾ ਪੰਜਾਬੀ ਮੈਂ ਸਿੱਖੀ, ਨਾ ਮੈਂ ਬੋਲੀ ਸੀ, ਹਿੰਦੀ ਹੀ ਮੇਰਾ ਸਿਲੇਬਸ ਦੇ ਵਿੱਚ ਹੀ, ਹਿੰਦੀ ਹੀ ਮੇਰਾ ਲੈਂਗੁਏਜ ਸੀ, ਤੇ ਮੈਂ ਹਿੰਦੀ ਦੇ ਗੁਟਕੇ ਤੋਂ ਜਪਜੀ ਸਾਹਿਬ ਪੜ੍ਹਦੀ ਸੀ, ਰਹਿਰਾਸ ਸਾਹਿਬ ਪੜ੍ਹਦੀ ਸੀ, ਔਰ ਉਹ ਇੱਕ ਡਿਊਟੀ ਜੀ ਹੈਗੀ ਸੀ ਕਿ ਚਲੋ ਪੜ੍ਹ ਲੈਣੇ ਆ, ਪਰ ਮੈਨੂੰ ਕੁਝ ਸਮਝ ਨਹੀਂ ਆਉਂਦਾ ਸੀ, ਨਾ ਮੈਨੂੰ ਕੋਈ ਆਨੰਦ ਆਇਆ। ਫਿਲਹਾਲ ਮੈਂ ਉਸ ਗੱਲ ਤੇ ਆਵਾਂਗੀ ਕਿ ਪਿਛਲੇ 7 ਸਾਲਾਂ ਦੇ ਵਿੱਚ ਮੇਰਾ ਕੀ ਮੇਰੇ ਵਿੱਚ ਚੇਂਜ ਆਈ। ਬਾਈ ਦਾ ਵੇ ਮੇਰੀ ਉਮਰ ਇਸ ਵਕਤ ਹੁਣੇ 2 ਮਹੀਨਿਆਂ ਨੂੰ ਮੈਂ 77 ਸਾਲ ਦੀ ਹੋ ਜਾਣਾ ਹੈ। ਸੋ ਅਗਰ ਬੱਚੇ ਸੁਣ ਰਹੇ ਹੈਗੇ ਆ ਤਾਂ ਮੈਂ ਉਹਨਾਂ ਨੂੰ ਦੱਸਾਂਗੀ ਕਿ ਕਿਸ ਤਰ੍ਹਾਂ ਮੈਂ 70 ਸਾਲ ਤੋਂ ਇੱਕ ਨਵੀਂ ਲੈਂਗੁਏਜ ਗੁਰਮੁਖੀ ਖੁਦ ਪੜ੍ਹੀ, ਇੰਟਰਨੈਟ ਤੇ ਅੱਖਰ ਸਿੱਖੇ, ਔਰ ਮੈਂ ਹੁਣ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰ ਲੈਂਦੀ ਹਾਂ ਇੰਟਰਨੈਟ ਤੇ, ਸਾਹਿਬ ਸਿੰਘ ਜੀ ਦਾ ਟ੍ਰਾਂਸਲੇਸ਼ਨ ਦੇਖ ਕੇ। ਉਹੀ ਜਪਜੀ ਸਾਹਿਬ ਤੇ ਰਹਿਰਾਸ ਸਾਹਿਬ ਜਿਹਦੇ ਤੇ ਕੋਈ ਆਨੰਦ ਨਹੀਂ ਆਉਂਦਾ ਸੀ, ਜਦੋਂ ਤੋਂ ਮੈਂ ਮਤਲਬ ਪੜ੍ਹਨਾ ਸ਼ੁਰੂ ਕੀਤਾ, ਬਾਰ-ਬਾਰ ਕੀਤਾ, ਸਲੋਲੀ ਗ੍ਰੈਜੂਅਲੀ ਸਮਝ ਆਉਂਦਾ ਰਿਹਾ, ਹੁਣ ਉਹਦੇ ਵਿੱਚ ਹੀ ਆਨੰਦ ਆਉਂਦਾ ਹੈ, ਕਿਉਂਕਿ ਮੈਨੂੰ ਪਤਾ ਹੈ ਕਿ ਮੈਂ ਕੀ ਪੜ੍ਹ ਰਹੀ ਹਾਂ। ਸੋ ਜਿਹੜਾ ਮੈਂ ਪਹਿਲੇ ਕਹਿੰਦੀ ਸੀ ਕਿ ਪੜ੍ਹਾਈ ਇਸ ਤਰ੍ਹਾਂ ਕਰੋ ਜਾਂ ਕੋਈ ਵੀ ਚੀਜ਼ ਸਿੱਖਦੇ ਹੋ ਕਿ ਉਹਦੇ ਵਿੱਚ ਪੂਰਾ ਆਪਣਾ ਮਨ ਲਗਾ ਦਿਓ। ਨਿਊਟਨ ਸਾਇੰਟਿਸਟ ਹੋਇਆ। ਨਿਊਟਨ ਜਦੋਂ ਕੋਈ ਕੰਮ ਕਰਦਾ ਸੀ
ਤੇ ਉਹ ਖਾਣਾ ਤੱਕ ਖਾਣਾ ਭੁੱਲ ਜਾਂਦਾ ਸੀ। ਇੰਨਾ ਉਹਦੇ ਵਿੱਚ ਰੁਚੀ ਹੋ ਜਾਂਦੀ ਸੀ। ਸੋ ਜਿਹੜਾ ਬੱਚਿਆਂ ਦੇ ਵਾਸਤੇ ਕੁਝ ਨੁਕਤੇ ਮੈਂ ਨੋਟ ਕੀਤੇ ਹੋਏ ਆ ਉਹ ਮੈਂ ਸ਼ੇਅਰ ਕਰਨਾ ਚਾਹਾਂਗੀ ਕਿ ਜਿਹੜੇ ਚੈਪਟਰ ਨੂੰ ਕੱਲ ਸਕੂਲ ਦੇ ਵਿੱਚ ਪੜ੍ਹਾਉਣਾ ਹੈ ਉਹਨੂੰ ਪਲੀਜ਼ ਉਸ ਤੋਂ ਪਹਿਲੇ ਦਿਨ ਸ਼ਾਮ ਨੂੰ ਘਰ ਦੇ ਵਿੱਚ ਇੱਕ ਵਾਰੀ ਸਰਸਰੀ ਤੌਰ ਤੇ ਪੜ੍ਹ ਲੈਣ। ਪੂਰਾ ਸਮਝ ਨਹੀਂ ਆਏਗਾ ਲੇਕਿਨ ਉਹਨੂੰ ਪੜ੍ਹ ਕੇ ਜ਼ਰੂਰ ਜਾਣ। ਫਿਰ ਉਹ ਅਗਲੇ ਦਿਨ ਕਲਾਸ ਦੇ ਵਿੱਚ ਟੀਚਰ ਨੂੰ ਸੁਣਨ ਤੇ ਉਹ ਦੇਖਣਗੇ ਕਿ ਹੁਣ ਉਹਨਾਂ ਦਾ ਕਨਸੈਂਟਰੇਸ਼ਨ ਕਿੰਨਾ ਹੈ, ਕਿਉਂਕਿ ਉਹਨਾਂ ਨੂੰ ਰਾਤ ਨੂੰ ਇਹ ਹੈਗਾ ਸੀ ਇੱਕ ਦਿਨ ਪਹਿਲੇ ਕਿ ਵੀ ਮੈਨੂੰ ਇਹ ਨਹੀਂ ਸਮਝ ਆਇਆ। ਉਹ ਉਸੇ ਤੇ ਫੋਕਸ ਕਰਨਗੇ ਤੇ ਉਹਨਾਂ ਦਾ ਕਨਸੈਂਟਰੇਸ਼ਨ ਵੀ ਜ਼ਿਆਦਾ ਹੋਏਗੀ, ਅੰਡਰਸਟੈਂਡਿੰਗ ਵੀ ਬਹੁਤ ਹੋ ਜਾਏਗੀ। ਫਿਰ ਵੀ ਅਗਰ ਕੋਈ ਚੀਜ਼ ਕਲਾਸ ਵਿੱਚ ਨਹੀਂ ਸਮਝ ਆਉਂਦੀ ਤੇ ਕੋਈ ਸ਼ਰਮਾਨੇ ਦੀ ਗੱਲ ਨਹੀਂ ਹੈ, ਟੀਚਰ ਨੂੰ ਉਸੇ ਵੇਲੇ ਕੁਐਸਚਨ ਪੁੱਛ ਕੇ ਤੇ ਉਸੇ ਵੇਲੇ ਉਹਨੂੰ ਸਮਝਣ ਦੀ ਕੋਸ਼ਿਸ਼ ਕਰਨ। ਸੋ ਉਹਨਾਂ ਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਦੂਸਰੇ ਸਟੂਡੈਂਟ ਕੀ ਕਹਿਣਗੇ ਕਿ ਇਹਨੂੰ ਇਹ ਵੀ ਨਹੀਂ ਆਉਂਦਾ। ਨਹੀਂ, ਉਹ ਸਟੂਡੈਂਟ ਹੋ ਸਕਦਾ ਦੂਸਰੇ ਬੈਠੇ ਰਹਿਣ ਸ਼ਰਮ ਦੇ ਕਰਕੇ, ਪਰ ਤੁਸੀਂ ਆਪਣੇ ਵਾਸਤੇ ਪੜ੍ਹਾਈ ਕਰ ਰਹੇ ਹੋ, ਕਿਸੇ ਹੋਰ ਵਾਸਤੇ ਨਹੀਂ ਕਰ ਰਹੇ। ਜਿਸ ਤਰ੍ਹਾਂ ਘਰ ਦੇ ਵਿੱਚ ਹੁਣ ਤੁਸੀਂ ਫਾਊਂਡੇਸ਼ਨ ਬਣਾਉਂਦੇ ਹੋ, ਅਗਰ ਥੱਲੇ ਫਾਊਂਡੇਸ਼ਨ ਸੋਲਿਡ ਹੋਏਗੀ ਤਾਂ ਹੀ ਉੱਪਰ ਤੁਸੀਂ ਉਸਾਰੋਗੇ, ਬਹੁਤ ਅੱਛਾ ਦੀਵਾਰ ਬਣਾਓਗੇ, 1 ਮੰਜ਼ਿਲਾ 2 ਮੰਜ਼ਿਲਾ ਬਣਾਓਗੇ। ਅਗਰ ਫਾਊਂਡੇਸ਼ਨ ਤੁਹਾਡਾ ਕਿਤੇ ਕਲਾਸ ਦੇ ਵਿੱਚ ਨਹੀਂ ਤੁਸੀਂ ਸ਼ਰਮ ਦੇ ਵਾਸਤੇ ਪੁੱਛਿਆ ਤਾਂ ਅਗਲੇ ਚੈਪਟਰ ਨੂੰ ਉਹਦੇ ਉੱਤੇ ਤੁਸੀਂ ਕਿਸ ਤਰ੍ਹਾਂ ਤੁਹਾਨੂੰ ਸਮਝ ਆਏਗਾ। ਸੋ ਇਸ ਕਰਕੇ ਜ਼ਰੂਰੀ ਹੈ ਕਿ ਤੁਸੀਂ ਕੋਈ ਵੀ ਚੀਜ਼, ਛੋਟੀ ਜਿਹੀ ਚੀਜ਼ ਤੇ ਵੀ ਅਗਰ ਕਿਤੇ ਅਟਕ ਗਏ ਹੋ ਉਹਨੂੰ ਉਸੇ ਵੇਲੇ ਹੱਲ ਕਰਨੇ ਦੀ ਕੋਸ਼ਿਸ਼ ਕਰੋ। ਟੀਚਰ ਨੂੰ ਪੁੱਛੋ, 1 ਵਾਰੀ ਨਹੀਂ ਸਮਝ ਆਉਂਦਾ 2 ਵਾਰੀ ਪੁੱਛੋ, 3 ਵਾਰੀ ਪੁੱਛੋ ਤੇ ਉਹਨੂੰ ਪਹਿਲੇ ਸੋਲਿਡ ਬਣਾਓ। ਕਿਉਂਕਿ ਪਹਿਲੇ ਚੈਪਟਰ ਦਾ ਹਮੇਸ਼ਾ all through the book ਦੂਸਰੇ ਚੈਪਟਰਸ ਦੇ ਨਾਲ ਆਖਿਰ ਦੇ ਨਾਲ ਕੋਈ ਨਾ ਕੋਈ ਲਿੰਕ ਜ਼ਰੂਰ ਹੁੰਦਾ ਹੈ। ਔਰ ਇਸ ਕਰਕੇ ਅਗਰ ਜੇ ਪਹਿਲੇ ਦੇ ਵਿੱਚ ਥੋੜੀ ਜੀ ਕੋਈ ਚੀਜ਼ ਨਹੀਂ ਸਮਝ ਆਈ ਤਾਂ ਤੁਸੀਂ ਦੂਸਰਾ ਪੂਰੀ ਤਰ੍ਹਾਂ ਨਹੀਂ ਸਮਝ ਸਕਦੇ, ਤੀਸਰਾ ਨਹੀਂ ਸਮਝ ਸਕਦੇ, ਉਹ ਪ੍ਰੋਬਲਮ ਵੱਧਦੀ ਹੀ ਜਾਂਦੀ ਹੈ। ਫਿਰ ਸਾਨੂੰ ਲੱਗਦਾ ਇਹ ਤਾਂ ਬਹੁਤ ਔਖੀ ਪੜ੍ਹਾਈ ਹੈ। ਹੁਣ ਇੰਗਲਿਸ਼ ਦੇ ਵਿੱਚ ਅਸੀਂ ਅਲਫਾਬੈਟ ਸਿੱਖਦੇ ਆ, ABCD, ਉਹ ਸਾਰਾ ਸਿੱਖਦੇ ਆ, ਫਿਰ ਅਸੀਂ ਵਰਡ ਸਿੱਖਦੇ ਆ ਉਹਦੇ ਤੋਂ। ਜੇ ਅਗਰ ਅਸੀਂ ਅਲਫਾਬੈਟ ਹੀ ਨਾ ਠੀਕ ਸਿੱਖੀਏ, ਫਿਰ ਉਸ ਤੋਂ ਬਾਅਦ ਅਸੀਂ ਅੱਖਰ ਨਵੇਂ ਨਾ ਸਿੱਖੀਏ, ਅਸੀਂ ਸੈਂਟੈਂਸ ਨਹੀਂ ਬਣਾ ਸਕਦੇ। ਫਿਰ ਸਾਨੂੰ ਲੱਗੇਗਾ ਇੰਗਲਿਸ਼ ਤਾਂ ਬਹੁਤ ਮੁਸ਼ਕਿਲ ਲੈਂਗੁਏਜ ਹੈ। ਸੋ ਇਹ ਹੈਗਾ। ਮੈਂ ਥੋੜਾ ਜਿਹਾ ਹੁਣ ਆਂਦੀ ਹੈਗੀ ਆ ਕਿ ਤੁਸੀਂ ਕਿਸੇ ਵੀ ਉਮਰ ਦੇ ਉੱਤੇ ਕੁਛ ਨਾ ਕੁਛ ਜਦੋਂ ਵੀ ਚਾਹੋ ਸਿੱਖ ਸਕਦੇ ਹੋ। ਇਹਦੇ 'ਚ ਉਮਰ ਦਾ ਕੋਈ ਬੈਰੀਅਰ ਨਹੀਂ ਹੈਗਾ ਕਿ ਮੈਂ ਹੁਣ ਇੰਨੇ ਸਾਲ ਦਾ ਹੋ ਗਿਆ ਹੁਣ ਤਾਂ ਮੈਂ ਸਿੱਖ ਨਹੀਂ ਸਕਦਾ। ਮੈਂ ਬਹੁਤ ਲੋਕਾਂ ਨੂੰ ਸੁਣਿਆ ਹੈਗਾ ਤੇ ਉਹ ਮੈਂ ਤੁਹਾਨੂੰ ਆਪਣੇ ਐਕਸਪੀਰੀਅੰਸ ਦੇ ਨਾਲ ਦੱਸਦੀ ਹਾਂ ਕਿ ਮੈਨੂੰ ਬਿਲਕੁਲ ਗੁਰਮੁਖੀ ਨਾ ਆਂਦੀ ਸੀ, ਨਾ ਮੈਂ ਕਦੇ ਲਿਖੀ ਸੀ, ਨਾ ਮੈਂ ਪੜ੍ਹੀ ਸੀ। ਫਿਰ ਇੱਕ ਵਾਰੀ ਕਰੀਬ 7 ਸਾਲ ਪਹਿਲੇ ਮੇਰੇ ਦਿਮਾਗ 'ਚ ਆਇਆ ਕਿ ਮੈਂ ਤਾਂ ਗੁਰਬਾਣੀ ਪੜ੍ਹਨੇ ਤੋਂ ਵਾਂਝੀ ਰਹਿ ਗਈ ਤੇ ਇਹਦੇ 'ਚ ਲਿਖਿਆ ਕੀ ਹੈ ਤੇ ਮੈਨੂੰ ਸਮਝ ਹੀ ਨਹੀਂ ਆਉਂਦਾ। ਸੋ ਮੈਂ ਫਿਰ ਇੰਟਰਨੈਟ ਤੇ ਜਾ ਕੇ ਤੇ ਉਹ ਮੈਂ ਅਲਫਾਬੈਟਸ ਸਿੱਖੇ ਲਿਖ ਕੇ, ਔਰ ਲਿਖ ਕੇ ਤੇ ਫਿਰ ਮੈਂ ਹੌਲੀ ਮੈਂ ਉਹ ਗੁਰਬਾਣੀ ਸ਼ੁਰੂ ਕੀਤੀ। ਥੋੜੇ ਅਲਫਾਬੈਟਸ ਨੇ ਮੈਨੂੰ ਸਿੱਖਣੇ ਮੁਸ਼ਕਲ ਨਹੀਂ ਲੱਗੇ ਕਿਉਂਕਿ ਥੋੜੀ ਸਿਮਿਲੈਰਿਟੀ ਹਿੰਦੀ ਦੇ ਨਾਲ ਵੀ ਹੈਗੀ ਆ ਉਹਨਾਂ ਦੀ। ਫਿਰ ਮੈਂ ਹੌਲੀ ਲੱਗੀ ਰਹੀ। ਪਹਿਲੀ ਵਾਰੀ ਮੈਂ ਜਦੋਂ ਪੜ੍ਹਿਆ ਬਹੁਤ ਹੀ ਟਾਈਮ ਲੱਗਿਆ, ਮੈਨੂੰ ਲੱਗਦਾ ਸ਼ਾਇਦ 1.5 ਸਾਲ 2 ਸਾਲ ਲੱਗ ਗਏ। ਦੂਸਰੀ ਵਾਰੀ ਫਿਰ ਪੜ੍ਹਿਆ, ਫਿਰ ਮੀਨਿੰਗ ਦੇ ਨਾਲ ਸਾਹਿਬ ਸਿੰਘ ਜੀ ਦੇ ਥੋੜਾ ਜਿਹਾ ਆਈਡੀਆ ਲੱਗਿਆ, ਪਰ ਇੰਨਾ ਨਹੀਂ ਲੱਗਿਆ। ਹੁਣ ਮੈਂ ਤੀਸਰੀ ਵਾਰੀ ਕਰ ਰਹੀ ਹਾਂ ਤੇ ਤੀਸਰੀ ਵਾਰੀ ਮੈਨੂੰ ਆਨੰਦ ਵੀ ਆ ਰਿਹਾ, ਮੇਰੀ ਸਪੀਡ ਵੀ ਪੜ੍ਹਨੇ ਦੀ ਤੇਜ਼ ਹੋ ਗਈ ਹੈ। ਹੁਣ ਮੈਂ ਹੌਲੀ ਲਿਖ ਵੀ ਲੈਂਦੀ ਹਾਂ, ਮੈਂ ਨੋਟਸ ਬਣਾਉਂਦੀ ਹਾਂ। ਮੈਂ ਦਿਖਾਣਾ ਚਾਹਾਂਗੀ ਕਿ ਮੈਂ ਇਸ ਤਰ੍ਹਾਂ ਕਾਪੀਆਂ ਬਣਾਈਆਂ ਹੋਈਆਂ ਜਿਹੜੀਆਂ ਕਿ ਕਾਪੀਆਂ ਤੇ ਡੇਟ ਪਾਈ ਹੈ ਔਰ ਪੇਜ ਬਾਈ ਪੇਜ, ਅੰਗ ਬਾਈ ਅੰਗ ਮੈਂ ਉਹ ਪੜ੍ਹਦੀ ਹਾਂ। ਸੋ ਉਸ ਤਰ੍ਹਾਂ
ਉਹ ਇਸ ਕਰਕੇ ਮੈਨੂੰ ਆਨੰਦ ਵੀ ਆਉਂਦਾ ਹੈ। ਸੋ ਹੁਣ ਮੈਂ ਜਦੋਂ 70 ਸਾਲ ਦੀ ਸੀ ਉਦੋਂ ਮੈਂ ਸ਼ੁਰੂ ਕੀਤਾ, ਔਰ 77 ਸਾਲ ਦੇ ਵਿੱਚ ਬੜੇ ਹੌਲੇ ਹੌਲੇ ਸਟੈਡੀਲੀ ਮੈਂ ਕਰਦੀ ਰਹੀ। ਲੱਗਦਾ ਹੈ ਕਿ ਵੀ ਸਪੀਡ ਜਿੱਦਾਂ ਕੱਛੂ ਦੀ ਤਰ੍ਹਾਂ ਹੁੰਦੀ ਹੈ, ਬਹੁਤ ਘੱਟ ਰਹੀ ਹੈ, ਲੇਕਿਨ ਮੈਂ ਐਸੀ ਥਾਂ ਤੇ ਹੁਣ ਅਪੜ ਗਈ ਹਾਂ ਕਿ ਮੈਂ ਐਟਲੀਸਟ ਹੁਣ ਮੈਂ ਪੜ ਸਕਦੀ ਹਾਂ ਵਿਦਆਊਟ ਕਿਸੇ ਦੀ ਹੈਲਪ ਦੇ। ਕੋਈ ਟੀਚਿੰਗ ਨਹੀਂ, ਕੋਈ ਮੈਨੂੰ ਇੱਥੇ ਆਪਣੇ ਕੋਈ ਇਹੋ ਜਿਹਾ ਇਨਸਾਨ ਵੀ ਮੇਰੇ ਨੇੜੇ ਤੇੜੇ ਨਹੀਂ ਹੈ ਜਿਹਦੇ ਨਾਲ ਕਿ ਮੈਂ ਜਾ ਕੇ ਮੈਂ ਉਹਨੂੰ ਕਹਾਂ ਕਿ ਜੀ ਮੈਂ ਇੱਥੇ ਅਟਕ ਗਈ ਹਾਂ। ਪਰ ਮੈਂ ਚੈਲੰਜ ਲਿਆ ਕਿ ਨਹੀਂ, ਮੈਂ ਕਰ ਸਕਦੀ ਹਾਂ, ਮੈਂ ਲੱਗੀ ਰਵਾਂਗੀ। ਮੈਂ ਕਦੇ ਉਹਨੂੰ ਵਿੱਚ ਛੱਡਿਆ ਨਹੀਂ ਕਿ ਇਹ ਔਖਾ ਹੈ, ਕਿਉਂਕਿ ਔਖਾ ਹੈਗਾ, ਮੁਸ਼ਕਿਲ ਹੈਗਾ, ਮੈਂ ਨਹੀਂ ਕਰ ਸਕਦੀ, ਇਹ ਮੇਰੀ ਵੋਕੈਬਲਰੀ ਚ ਨਹੀਂ ਹੈਗਾ। ਸੋ ਇਹ ਕੀਤਾ। ਇਸ ਤੋਂ ਪਹਿਲਾਂ ਮੈਂ ਇੱਕ ਹੋਰ ਗੱਲ ਦੱਸਣਾ ਚਾਹਾਂਗੀ। ਮੈਂ ਤਕਰੀਬਨ 50 ਸਾਲ ਦੀ ਸੀ, 51 ਦੀ ਹੋਵਾਂਗੀ, ਤੇ ਅਚਾਨਕ ਮੇਰੀ ਇੱਕ ਵਾਰੀ ਦਿਮਾਗ ਚ ਆਇਆ, ਕਿਉਂਕਿ ਮੇਰੀ ਬੈਕਗ੍ਰਾਉਂਡ ਸਾਰੀ ਸਾਇੰਸ ਦੀ ਹੈਗੀ ਹੈ। ਸੋ ਮੇਰੇ ਦਿਮਾਗ ਦੇ ਵਿੱਚ ਇੱਕ ਵਾਰੀ ਪਤਾ ਨਹੀਂ ਕਿਸ ਤਰ੍ਹਾਂ ਆਇਆ ਕਿ ਜਿਹੜੇ ਸਾਈਕੋਲੋਜਿਸਟ ਲੋਕ ਹੈਗੇ ਆ, ਇਹ ਕੀ ਜਾਣਦੇ ਆ ਜਿਹੜਾ ਕਿ ਸਾਨੂੰ ਨਹੀਂ ਪਤਾ, ਐਂਡ ਹਾਊ ਡੂ ਦੇ ਹੈਲਪ, ਦੂਸਰੇ ਲੋਕਾਂ ਨੂੰ ਕਿੱਦਾਂ ਹੈਲਪ ਕਰਦੇ ਆ। ਸੋ ਮੈਂ ਫਿਰ ਇੱਕ ਇੱਥੇ ਓਪਨ ਯੂਨੀਵਰਸਿਟੀ ਹੈਗੀ ਆ, ਬੜੀ ਮੰਨੀ ਹੋਈ ਯੂਨੀਵਰਸਿਟੀ ਹੈ, ਮੈਂ ਉਹਦੇ ਵਿੱਚ ਰਜਿਸਟਰ ਕਰਾਇਆ। ਉਹਦੇ ਵਿੱਚ ਹੀ ਪੜ੍ਹਾਈ ਆਪਣੇ ਆਪ ਕਰਨੀ ਪੈਂਦੀ ਹੈ, ਤੁਹਾਨੂੰ ਕਿਤਾਬਾਂ ਭੇਜ ਦਿੰਦੇ ਆ, ਤੁਸੀਂ ਆਪਣੇ ਜਿਹੜਾ ਐਸੇਜ਼ ਹੁੰਦੇ ਆ ਉਹ ਲਿਖ ਕੇ ਤੇ ਉਹਨਾਂ ਨੂੰ ਦਿੰਦੇ ਹੋ, ਉਹ ਫਿਰ ਨੰਬਰ ਦਿੰਦੇ ਆ ਔਰ ਤੁਹਾਨੂੰ ਦੱਸਦੇ ਆ। ਫਿਰ ਆਖਰ ਦੇ ਵਿੱਚ ਤੁਹਾਡਾ ਐਗਜ਼ਾਮ ਹੁੰਦਾ। ਉਹ ਮੈਂ 4 ਸਾਲ ਪੜ੍ਹਦੀ ਰਹੀ। 4 ਸਾਲ ਮੈਂ ਕੀਤਾ, ਹਰ ਸਾਲ ਇਮਤਿਹਾਨ ਹੁੰਦਾ ਸੀ, ਔਰ ਮੇਰੀ ਡਿਸਟਿੰਕਸ਼ਨ ਵੀ ਆਈ, ਔਰ ਮੈਨੂੰ ਬਹੁਤ ਹੀ ਅੱਛਾ ਲੱਗਿਆ। ਕਹਿਣੇ ਦਾ ਮਤਲਬ ਹੈ ਕਿ ਮੈਂ 4 ਸਾਲ ਦੀ ਮਿਹਨਤ ਦੇ ਨਾਲ ਆਪਣੇ ਬ੍ਰੇਨ ਨੂੰ ਯੂਜ਼ ਕਰਕੇ ਮੈਂ BSc ਆਨਰਸ ਦੀ ਡਿਗਰੀ ਕਰ ਲਈ। ਫਿਰ ਉਸ ਤੋਂ ਬਾਅਦ ਮੇਰਾ ਦਿਲ ਕੀਤਾ ਕਿ ਵੀ ਮੈਂ ਨਾ ਕਿਸ ਤਰ੍ਹਾਂ ਲੋਕਾਂ ਦੀ ਹੈਲਪ ਕਰ ਸਕਦੀ ਹਾਂ, ਤੇ ਮੈਂ ਐਜ਼ ਅ ਵੋਲੰਟੀਅਰ ਮੈਂ ਕਾਉਂਸਲਿੰਗ ਦਾ ਕੋਰਸ ਕੀਤਾ, ਜਿਹਦੇ ਵਿੱਚ ਡਰੱਗ ਔਰ ਐਲਕੋਹਲ ਦੇ ਲੋਕਾਂ ਨੂੰ ਹੈਲਪ ਕਰਨੀ, ਛੁਡਾਉਣ ਵਾਸਤੇ। ਔਰ ਮਗਰੋਂ ਫਿਰ ਮੈਰਿਜ ਕਪਲ ਕਾਉਂਸਲਿੰਗ, ਜਿਨ੍ਹਾਂ ਦੀ ਆਪਸ ਦੇ ਵਿੱਚ ਮੈਰਿਜ ਦੇ ਵਿੱਚ ਪ੍ਰੋਬਲਮ ਹੁੰਦੀ ਸੀ, ਉਹਦੀ ਵੀ ਟ੍ਰੇਨਿੰਗ ਮੈਂ ਵੱਖਰੀ ਲਈ। ਸੋ ਮੈਂ ਤਕਰੀਬਨ 8 ਸਾਲ ਤੱਕ ਉਹ ਵੀ ਕੰਮ ਕੀਤਾ। ਬੜਾ ਹੀ ਸੈਟਿਸਫਾਈਂਗ ਸੀ, ਬੜਾ ਹੀ ਅੱਛਾ ਲੱਗਦਾ ਸੀ ਕਿ ਮੈਂ ਕਿਸੇ ਦੀ ਜ਼ਿੰਦਗੀ ਦੇ ਵਿੱਚ ਥੋੜਾ ਜਿਹਾ ਅਗਰ ਫਰਕ ਆ ਸਕਦਾ ਹੈ, ਤੇ ਉਸ ਤੋਂ ਅੱਛਾ ਆਨੰਦ, ਤੁਹਾਨੂੰ ਸੈਟਿਸਫੈਕਸ਼ਨ ਮਿਲ ਨਹੀਂ ਸਕਦਾ। ਸੋ ਇਹ ਹੈਗਾ ਸੀ। ਦੂਸਰੇ ਮੈਂ ਪਤਾ ਨਹੀਂ ਲਿਖਿਆ ਤੇ ਮੈਂ ਕਾਫੀ ਕੁਝ ਸੀ, ਹੁਣ ਪਤਾ ਨਹੀਂ ਮੈਨੂੰ ਕਿੰਨਾ ਕੀ ਯਾਦ ਰਿਹਾ ਹੈ, ਪਰ ਮੈਂ ਇੱਕ ਬੇਨਤੀ ਕਰਨਾ ਚਾਹਾਂਗੀ। ਅਗਰ ਕੋਈ ਸੁਣ ਰਿਹਾ ਹੈਗਾ ਔਰ ਮੈਨੂੰ ਹੈਲਪ ਕਰ ਸਕਦਾ ਹੈਗਾ, ਤੇ ਮੈਨੂੰ ਗੁਰਬਾਣੀ, ਕਿਉਂਕਿ ਮੈਂ ਕਦੀ ਕੋਈ ਕਿਤਾਬ ਨਹੀਂ ਪੜ੍ਹੀ, ਪਹਿਲੀ ਕਲਾਸ ਦੀ, ਦੂਸਰੀ ਦੀ, ਤੀਸਰੀ ਦੀ ਕਦੀ ਨਹੀਂ ਪੜ੍ਹੀ। ਮੈਂ ਬਸ ਖਾਲੀ ਉਹ ਐਲਫਾਬੈਟਸ ਦੇਖ ਕੇ ਤੇ ਇੰਟਰਨੈਟ ਤੇ ਗੁਰੂ ਗ੍ਰੰਥ ਸਾਹਿਬ ਵੀ ਪੜ੍ਹਨਾ ਸ਼ੁਰੂ ਕੀਤਾ। ਮੈਨੂੰ ਥੋੜਾ ਜਿਹਾ ਵਿਆਕਰਨ ਬਿਲਕੁਲ ਨਹੀਂ ਆਉਂਦੀ ਹੈ, ਪਰਟੀਕੁਲਰਲੀ ਗੁਰਬਾਣੀ ਦੀ ਵਿਆਕਰਨ ਨਹੀਂ ਆਉਂਦੀ ਹੈ। ਸੋ ਅਗਰ ਕੋਈ ਸੁਣ ਰਿਹਾ ਹੋਵੇ ਔਰ ਹੈਲਪ ਕਰ ਸਕਦਾ ਹੈ, ਤੇ ਮੈਂ ਬਹੁਤ ਬਹੁਤ ਉਹਨਾਂ ਦੀ ਸ਼ੁਕਰਗੁਜ਼ਾਰ ਰਵਾਂਗੀ। ਤੇ ਆਖਰ ਦੇ ਵਿੱਚ ਮੈਂ ਬਸ ਇਹੀ ਕਹਿਣਾ ਚਾਹਾਂਗੀ ਕਿ ਬਹੁਤ ਬਹੁਤ ਸ਼ੁਕਰੀਆ ਦਾ ਵੀਰ ਜਸਵਿੰਦਰ ਸਿੰਘ ਜੀ ਦਾ, ਜਿਹੜੇ ਸਾਰੇ ਟੀਚਰਸ ਹੈਗੇ ਆ, ਸਟੂਡੈਂਟਸ ਹੈਗੇ ਆ, ਔਰ ਆਰਗੇਨਾਈਜ਼ਰਸ ਹੈਗੇ ਆ, ਜਿਨ੍ਹਾਂ ਨੇ ਇਹ ਕੈਂਪ ਕੀਤਾ ਹੈਗਾ ਸ਼ੁਰੂ, ਔਰ ਜਿਹੜੇ ਬੈਕਗਰਾਉਂਡ 'ਚ ਕੰਮ ਕਰਨੇ ਵਾਲੇ ਆ ਉਹ ਵੀ ਬੜੇ ਇੰਪੋਰਟੈਂਟ ਹੈਗੇ ਆ, ਤੇ ਔਰ ਜੋ ਕੈਂਪ ਚਲਾ ਰਹੇ ਆ, ਜਿਨ੍ਹਾਂ ਨੂੰ ਕਿ ਮਤਲਬ ਅਸੀਂ ਦੇਖ ਨਹੀਂ ਰਹੇ, ਲੇਕਿਨ ਉਹਨਾਂ ਦੀ ਵੀ ਮਿਹਨਤ ਬਹੁਤ ਹੈ। ਸੋ ਮੈਂ ਮਾਫੀ ਚਾਹੁੰਦੀ ਹਾਂ, ਮੇਰੀ ਪੰਜਾਬੀ ਅੱਛੀ ਨਹੀਂ ਹੈਗੀ ਔਰ ਨਾ ਮੈਨੂੰ ਇੰਨੀ ਨੌਲੇਜ ਹੈਗੀ ਆ, ਪਰ ਜਿੰਨਾ ਕੁ ਮੈਂ ਦੱਸ ਸਕੀ ਹਾਂ, ਅਗਰ ਕਿਸੇ ਬੱਚੇ ਦੇ ਅਗਰ ਇਹ ਕੰਮ ਆ ਜਾਏਗਾ ਕੋਈ ਵੀ ਨੁਕਤਾ, ਤੇ I will feel really very happy. So thank you so much. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ।
ਥੈਂਕ ਯੂ ਵੈਰੀ ਮਚ ਮੈਮ। ਤੁਹਾਡੀ ਸਪੀਚ ਜੋ ਤੁਸੀਂ ਕਿਹਾ ਇਟ ਵਾਸ ਵੈਰੀ ਵੈਰੀ ਇਨਸਪੀਰੇਸ਼ਨਲ ਤੇ ਤੁਹਾਡੀ ਪੰਜਾਬੀ ਬਹੁਤ ਵਧੀਆ ਹੈ ਮੈਮ ਤੇ ਹਾਂਜੀ ਬਹੁਤ ਬਹੁਤ ਧੰਨਵਾਦ। ਤੇ ਅਸੀਂ ਇਹ ਸਿੱਖਿਆ ਕਿ ਸਿੱਖਣ ਦੀ ਕੋਈ ਉਮਰ ਨਹੀਂ ਹੈ, ਨਹੀਂ ਤੇ ਅਸੀਂ ਕਿਸੇ ਵੀ ਉਮਰ ਵਿੱਚ ਸਿੱਖ ਸਕਦੇ ਹਾਂ। ਬਹੁਤ ਬਹੁਤ ਧੰਨਵਾਦ ਤੇ ਆਸ ਕਰਦੇ ਹਾਂ ਆਪ ਜੀ ਫਿਰ ਸਾਡੇ ਨਾਲ ਜੁੜੋਗੇ ਤੇ ਬੱਚਿਆਂ ਨੂੰ ਇਸੇ ਤਰ੍ਹਾਂ ਹੀ ਮੋਟੀਵੇਟ ਕਰੋਗੇ। ਤੇ ਓਵਰ ਟੂ ਬੰਦਨਾ ਜੀ, ਇਸ ਤੋਂ ਬਾਅਦ ਪਲੀਜ਼ ਤੁਸੀਂ ਹੈਂਡਲ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਦਲਜੀਤ ਕੌਰ ਮੈਮ ਜੀ ਦਾ, ਜਿਨ੍ਹਾਂ ਨੇ ਸਾਨੂੰ ਇੰਨੇ ਇੰਸਪਾਇਰ ਵਰਡਸ ਸਾਡੇ ਨਾਲ ਸ਼ੇਅਰ ਕੀਤੇ, ਆਪਣੇ ਜੀਵਨ ਬਾਰੇ ਸਾਡੇ ਨਾਲ ਸ਼ੇਅਰ ਕੀਤਾ ਤੇ ਹਮੇਸ਼ਾ ਆਲਵੇਜ਼ ਥਿੰਕ ਆਈ ਕੈਨ ਡੂ। ਸੋ ਮੈਮ ਜੀ ਦਾ ਬਹੁਤ ਬਹੁਤ ਧੰਨਵਾਦ। ਹੁਣ ਅਸੀਂ ਇੱਥੇ ਹੀ ਕੈਂਪ ਦੀ ਅੱਜ ਦੀ ਸਮਾਪਤੀ ਕਰਦੇ ਹਾਂ ਜੀ। ਇਸ ਤੋਂ ਪਹਿਲਾਂ ਅਸੀਂ ਸਕਰੀਨ ਸ਼ੇਅਰਿੰਗ ਕਰ ਦਿੰਦੇ ਹਾਂ ਜੀ, ਜਿਸ ਦੇ ਵਿੱਚ ਜਾਪ ਸੇਵਾ ਲਈ 95,920 94,170 ਤੇ ਕੀਰਤਨ ਦੀ ਸੇਵਾ ਲਈ 95,920 94,106। ਜੇਕਰ ਕਿਸੇ ਨੇ ਫੀਡਬੈਕ ਜਾਂ ਕੋਈ ਕੁਐਸਚਨ ਪੁੱਟ ਕਰਨੇ ਹੋਣ ਤਾਂ ਉਹ ਇਸ ਨੰਬਰ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਸਕਦੇ ਹਨ ਜੀ। ਸੋ ਅੱਜ ਅਸੀਂ ਇੱਥੇ ਹੀ ਸਮਾਪਤੀ ਕਰਦੇ ਹਾਂ ਜੀ ਇਸ ਕੈਂਪ ਤੇ। ਕੱਲ ਫਿਰ ਮਿਲਾਂਗੇ ਜੀ ਇਸੇ ਸਮੇਂ ਤੇ 4 ਵਜੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।